ਪੰਜਾਬੀ ਦੇ ਸਾਹਿਤਕ ਪਰਚਿਆਂ ਦਾ ਯੋਗਦਾਨ ਸਿਰਫ ਤੇ ਸਿਰਫ ਪੰਜਾਬੀ ਪਾਠਕਾਂ ਨੂੰ ਸਾਹਿਤ ਦੀ ਚੇਟਕ ਲਾਉਣਾ ਹੀ ਨਹੀਂ ਹੈ, ਇਸ ਤੋਂ ਅੱਗੇ ਵੀ ਹੈ। ਅੱਗੇ ਰਿਹਾ ਉਹਨਾਂ ਨੂੰ ਵਿਚਾਰਧਾਰਕ ਤੌਰ ਤੇ ਪਰਪੱਕ ਕਰਨਾ, ਉਹਨਾਂ ਦਾ ਜੀਵਨ ਜਾਂਚ ਸੋਹਣੀ ਕਰਨੀ। ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦਾ ਵੱਲੋਂ ਸ਼ੁਰੂ ਕੀਤਾ ਪਰਚਾ ਪ੍ਰੀਤਲੜੀ ਇਹਦੀ ਮਿਸਾਲ ਹੈ ਕਿ ਪ੍ਰੀਤਲੜੀ ਨੂੰ ਪੜ੍ਹ ਕੇ ਲੋਕਾਂ ਨੇ ਬਹੁਤ ਸਾਰੇ ਜੀਵਨ ਮੁੱਲ ਜਿਹੜੇ ਹੈਗੇ ਆ ਅਪਣਾਏ ਨੇ, ਚੰਗੀਆਂ ਕਦਰਾਂ ਕੀਮਤਾਂ ਅਪਣਾਈਆਂ ਨੇ। ਬਹੁਤਿਆਂ ਦਾ ਕਹਿਣਾ ਕਿ ਸਾਨੂੰ ਜ਼ਿੰਦਗੀ ਜੀਣ ਦੀ ਜਾਚ ਹੈ ਪ੍ਰੀਤਲੜੀ ਕੋਲੋਂ ਆਈ ਹੈ। ਪੰਜਾਬੀ ਦੇ ਪਰਚੇ ਫਿਰ ਉਹ ਚਾਹੇ ਪ੍ਰੀਤਮ ਤੋਂ ਸ਼ੁਰੂ ਕਰ ਲਈਏ, ਹੁਣ ਤੱਕ ਦਾ ਸਫ਼ਰ ਪ੍ਰੀਤਮ ਹੋ ਗਿਆ, ਫੁਲਵਾੜੀ ਹੋ ਗਿਆ, ਕਵੀ, ਲਿਖਾਰੀ, ਪੰਜ ਦਰਿਆ, ਨਾਗਮਣੀ ਜਾਂ ਫਿਰ ਸਿਰਜਣਾ। ਇਹਨਾਂ ਪਰਚਿਆਂ ਦਾ ਇੱਕ ਵੱਡਾ ਯੋਗਦਾਨ ਹੈ। ਤਰਾਸਦੀ ਇਹ ਰਹੀ ਹੈ ਕਿ ਬਹੁਤੇ ਪਰਚੇ ਨੇ ਜਿਹੜੇ ਪੁਰਾਣੇ ਪੰਜਾਬੀ ਦੇ, ਉਹ ਕਈ ਕਾਰਨਾਂ ਕਰਕੇ, ਜਿਹਦੇ ਵਿੱਚ ਆਰਥਿਕ ਸੰਕਟ ਵੀ ਹੈ, ਆਪਣੇ ਸੰਪਾਦਕ ਦੇ ਜਾਣ ਤੋਂ ਬਾਅਦ ਉਸ ਤਰ੍ਹਾਂ ਦਾ ਪ੍ਰਬੁੱਧ ਸੰਪਾਦਕ ਨਹੀਂ ਮਿਲਿਆ, ਕਈ ਕਾਰਨ ਜਿਨ੍ਹਾਂ ਕਰਕੇ ਉਹ ਬੰਦ ਹੋ ਗਏ। ਪੰਜਾਬੀ ਦੇ ਵਿੱਚ ਜੇ ਪੁਰਾਣੇ ਪਰਚਿਆਂ ਦੀ ਗੱਲ ਕਰੀਏ, ਹੁਣ ਕੋਈ ਰਿਹਾ ਨਹੀਂ ਉਸ ਤਰ੍ਹਾਂ ਦਾ। ਜਿਹੜਾ ਇੱਕ ਅੱਧਾ ਹੈਗਾ ਉਹ ਪਰਚਾ ਦੇ ਵਿੱਚ ਉਸ ਤਰ੍ਹਾਂ ਦਾ ਪੱਧਰ ਨਹੀਂ ਰਿਹਾ ਪਹਿਲਾਂ ਵਾਲਾ। ਇਹਨਾਂ ਵਿੱਚੋਂ ਇੱਕ ਮੈਗਜ਼ੀਨ ਹਾਲੇ ਵੀ, ਜਿਹਨੇ 50 ਸਾਲ ਤੋਂ ਉੱਪਰ ਆਪਣੇ ਪੂਰੇ ਕਰ ਲਏ ਨੇ, 55 ਸਾਲ ਹੋ ਗਏ ਨੇ, ਹਾਲੇ ਵੀ ਉਹਦਾ ਮਿਆਰ ਹੈ ਉਸੇ ਤਰ੍ਹਾਂ ਬਰਕਰਾਰ ਹੈ। ਅਜੇ ਵੀ ਉਹ ਜਿਹੜਾ ਹੈਗਾ ਉਹਦੇ ਪਾਠਕ ਨੂੰ ਉਡੀਕਦੇ ਨੇ। ਉਹ ਮੈਗਜ਼ੀਨ ਹੈਗਾ ਸਿਰਜਣਾ। 1965 ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਡਾਕਟਰ ਰਘਵੀਰ ਸਿੰਘ ਸਿਰਜਣਾ ਇਹਦੇ ਸੰਪਾਦਕ ਨੇ। 200ਵਾਂ ਅੰਕ ਇਹਦਾ ਆ ਚੁੱਕਾ। ਜਦੋਂ 100ਵਾਂ ਅੰਕ ਆਇਆ ਸੀ, ਸ਼ਾਇਦ ਸੰਪਾਦਕ ਨੇ ਨਹੀਂ ਸੋਚਿਆ ਹੋਣਾ ਕਿ ਉਹ 200ਵੇਂ ਅੰਕ ਵੀ ਇਹਦਾ ਕੱਢਣਗੇ, ਲੇਕਿਨ ਉਹ ਹੋਇਆ। ਇਹ ਸੰਪਾਦਕ ਲਈ ਵੀ ਮਾਣ ਵਾਲੀ ਗੱਲ ਹੈ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਲਈ ਵੀ ਮਾਣ ਦੀ ਗੱਲ ਹੈ। ਸਿਰਜਣਾ ਦੀ ਸਿਰਜਣਾ ਕਿਵੇਂ ਹੋਈ? ਸਿਰਜਣਾ ਦੇ ਪਿੱਛੇ ਜੋ ਸਿਰਜਣਾ ਤੁਹਾਡੇ ਕੋਲ ਆਉਂਦਾ, ਤੁਸੀਂ ਪੜ੍ਹਦੇ ਹੋ ਕਿ ਕਿਸ ਤਰ੍ਹਾਂ ਉਹਦੇ ਪਿੱਛੇ ਜਿਹੜਾ ਇੱਕ ਦਿਮਾਗ ਤੇ ਮਿਹਨਤ ਕਿਸ ਤਰ੍ਹਾਂ ਦੀ ਕੰਮ ਕਰਦੀ ਹੈ, ਉਹਨੂੰ ਜਾਣਨ ਲਈ, ਆਪਾਂ ਉਹ ਸਭ ਨੂੰ ਜਾਣਨ ਲਈ ਇਸੇ ਮੈਗਜ਼ੀਨ ਦੇ ਸੰਪਾਦਕ ਡਾਕਟਰ ਰਘਵੀਰ ਸਿੰਘ ਸਿਰਜਣਾ, ਜੋ ਕਿ ਪੰਜਾਬੀ ਦੇ ਨਾਮਵਰ ਆਲੋਚਕ ਨੇ, ਵਿਦਵਾਨ ਨੇ, ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ 'ਚ ਨਿੱਘੀ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਜੀ। ਤੁਹਾਨੂੰ ਸਿਰਜਣਾ ਦੇ 200 ਅੰਕ ਪੂਰੇ ਹੋਣ ਤੇ, ਜਾਂ ਕਹਿ ਲਓ ਕਿ 55 ਸਾਲ ਪੂਰੇ ਹੋਣ ਤੇ ਮੁਬਾਰਕਬਾਦ। ਲਗਾਤਾਰ 50 ਸਾਲ ਤੋਂ ਚੱਲਦਾ ਆ ਰਿਹਾ ਸਿਰਜਣਾ। ਮੇਰਾ ਪਹਿਲਾ ਸਵਾਲ ਇਹੀ ਹੈ ਕਿ ਸਿਰਜਣਾ ਮੈਗਜ਼ੀਨ ਜਦੋਂ ਹੋਂਦ ਵਿੱਚ ਆਇਆ, ਕਿੰਨਾ ਹਾਲਤਾਂ ਵਿੱਚ ਆਇਆ, ਕੀ ਸੋਚ ਕੇ ਇਹਨੂੰ ਕੱਢਿਆ ਗਿਆ? ਜਦੋਂ ਜੀ ਸਿਰਜਣਾ ਸ਼ੁਰੂ ਕੀਤਾ ਅਸੀਂ ਜੀ, ਉਦੋਂ ਜਿਹੜੀ ਸਾਹਿਤ ਵਿੱਚ ਪ੍ਰਗਤੀਵਾਦੀ ਲਹਿਰ ਸੀ, ਸਾਨੂੰ ਜਾਪਦਾ ਸੀ ਉਹ ਕਮਜ਼ੋਰ ਪੈ ਰਹੀ ਹੈ। ਤੇ ਕੁਝ ਐਸੇ ਰੁਝਾਨ ਪ੍ਰਗਤੀਵਾਦ ਦੇ ਨਾਂ ਤੇ ਜਾਂ ਆਧੁਨਿਕਤਾ ਦੇ ਨਾਂ ਤੇ ਇਸ ਤਰ੍ਹਾਂ ਦੇ ਸੀ ਜਿਹੜੇ ਸਾਡੀ ਨਜ਼ਰ ਵਿੱਚ ਲੋਕ ਪੱਖੀ ਨਹੀਂ ਸੀ, ਪ੍ਰਗਤੀਵਾਦ ਦੇ ਵਿਰੋਧ ਜਾਂਦੇ ਸੀ। ਸਾਡੀ ਇਹ ਮਨਸ਼ਾ ਸੀ ਕਿ ਅਸੀਂ ਪ੍ਰਗਤੀਵਾਦੀ ਕਦਰਾਂ ਕੀਮਤਾਂ ਨੂੰ ਸਾਹਿਤ ਵਿੱਚ ਜ਼ਿਆਦਾ ਮਜ਼ਬੂਤ ਕਰਨਾ ਤੇ ਉਹ ਜਿਹੜੀ ਕਮਜ਼ੋਰੀ ਆ ਰਹੀ ਹੈ ਲਹਿਰ, ਉਹਨੂੰ ਠੀਕ ਕਰਨਾ। ਇਸ ਇਰਾਦੇ ਨਾਲ ਅਸੀਂ ਕੁਝ ਦੋਸਤਾਂ ਨੇ ਰਲ ਕੇ ਪਰਚਾ ਸ਼ੁਰੂ ਕਰਨ ਦੀ ਕੋਸ਼ਿਸ਼ ਜੀ। ਫਿਰ ਉਸ ਤੋਂ ਬਾਅਦ ਵਿੱਚ ਮੇਰੇ ਖਿਆਲ ਹੈ ਵਿੱਚ ਦੀ ਥੋੜਾ ਜਿਹਾ ਬ੍ਰੇਕ ਵੀ ਹੋਇਆ ਹੈ ਨਾ, ਫਿਰ ਦੁਬਾਰੇ ਫਿਰ ਸ਼ੁਰੂ ਕੀਤਾ। ਹਾਂਜੀ ਹਾਂ, 1965 ਵਿੱਚ ਪਰਚਾ ਸ਼ੁਰੂ ਕੀਤਾ ਸੀ ਜੀ। ਜੋ ਅਸੀਂ ਜਿਵੇਂ ਦੱਸਿਆ ਦੋਸਤਾਂ ਨੇ ਰਲ ਕੇ ਸ਼ੁਰੂ ਕੀਤਾ ਸੀ। ਦੋਸਤਾਂ ਨੇ ਥੋੜੇ ਪੈਸੇ ਪਾਏ ਸੀ, ਪਰ ਉਹ ਸਾਡੀ ਜਿਹੜੀ ਯੋਜਨਾ ਸੀ ਕੋਈ ਬਹੁਤੀ ਜ਼ਿਆਦਾ ਦੇਰ ਨਾ ਚੱਲ ਸਕੀ ਤੇ ਦੋਸਤਾਂ ਨੇ ਹੱਥ ਖੜੇ ਕਰ ਦਿੱਤੇ। ਤੇ ਫਿਰ ਉਹਨਾਂ ਨੇ ਕਿਹਾ ਵੀ ਜੇ ਤੂੰ ਆਪ ਚਲਾ ਸਕਦਾ ਤਾਂ ਠੀਕ ਹੈ, ਨਹੀਂ ਤਾਂ ਸਾਡੇ ਹੱਥ ਖੜੇ ਹੈ। ਤਾਂ ਕੁਝ ਅੰਕ ਫਿਰ ਅਸੀਂ ਲੰਗੇ ਡੰਗ ਛਪਦੇ ਰਹੇ। ਫਿਰ ਇੱਕ ਸਟੇਜ ਐਸੀ ਆਈ ਵੀ ਉਹ ਬਿਲਕੁਲ ਹੀ 14 ਅੰਕਾਂ ਤੋਂ ਪਿੱਛੋਂ ਬਿਲਕੁਲ ਹੀ ਬੰਦ ਹੋ ਗਿਆ। ਤੇ ਸਾਡੇ ਕੋਲ ਮਸਲਾ ਸਾਰਾ ਵਸੀਲਿਆਂ ਦੀ ਘਾਟ ਦਾ ਸੀ। ਤੇ ਫਿਰ ਜਦੋਂ ਮੈਂ ਪੰਜਾਬ ਯੂਨੀਵਰਸਿਟੀ 'ਚ ਆ ਗਿਆ ਤੇ ਆ ਕੇ ਮੈਂ ਉਸ ਵੇਲੇ ਦੁਬਾਰਾ ਪਰਚਾ ਸ਼ੁਰੂ ਕੀਤਾ। ਤਾਂ ਫਿਰ ਇਹ ਮੇਰੇ ਖਿਆਲ 1974 ਦੀ ਗੱਲ ਹੈ। ਉਸ ਤੋਂ ਪਿੱਛੋਂ ਨਿਰੰਤਰ ਲਗਾਤਾਰ ਚੱਲਦਾ ਰਿਹਾ। ਜਦੋਂ ਇਹ ਪਰਚਾ ਤੁਸੀਂ ਸ਼ੁਰੂ ਕੀਤਾ ਡਾਕਟਰ ਸਾਹਿਬ, ਉਸ ਸਮੇਂ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੇ ਕੁਲਵਕਤੀ ਵੀ ਸੀਗੇ। ਹੁਣ ਇਸ ਪਰਚੇ ਨੂੰ, ਸਾਹਿਤਕ ਪਰਚੇ ਨੂੰ, ਇੱਕ ਪਾਰਟੀ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਕੀਤਾ ਤੁਸੀਂ? ਇਹ ਬਹੁਤ ਵੱਡਾ ਕੰਮ ਸੀ ਤੁਹਾਡੇ ਲਈ, ਚੈਲੰਜ ਵੀ ਸੀ।
ਪਾਰਟੀ ਵਾਲਾ ਅਸੀਂ ਅਸਲ ਸਾਰੇ ਹੀ ਬੰਦੇ ਜਿਹੜੇ ਸੀ ਪਾਰਟੀ ਵਿੱਚ, ਕੁਝ ਬੰਦੇ ਬਹੁਤ ਸਰਗਰਮ ਸੀ ਤੇ ਸਾਡੀ ਉਦੋਂ ਸੋਚ ਇਸ ਕਿਸਮ ਦੀ ਸੀ। ਪਰ ਮੇਰਾ ਰੁਝਾਨ ਜਿਹੜਾ ਸੀ ਉਹ ਜ਼ਿਆਦਾ ਸਾਹਿਤਿਕ ਸੱਭਿਆਚਾਰਕ ਗਤੀਵਿਧੀਆਂ ਵੱਲ ਰਿਹਾ, ਤੇ ਇਸ ਕਰਕੇ ਜਦੋਂ ਮੈਂ ਪਾਰਟੀ ਦਾ ਕੁੱਲ ਵਕਤੀ ਨਾ ਰਿਹਾ ਤੇ ਲੈਕਚਰਰ ਬਣ ਗਿਆ, ਕਾਲਜ ਦੀ ਨੌਕਰੀ ਸ਼ੁਰੂ ਕਰ ਲਈ। ਉਸ ਤੋਂ ਪਿੱਛੋਂ ਮੈਨੂੰ ਇਹ ਸੌਖਾ ਹੋ ਗਿਆ, ਪਹਿਲਾਂ ਉਹਨਾਂ ਸੌਖਾ ਨਹੀਂ ਸੀ। ਤੇ ਫਿਰ ਇਹ ਵੀ ਜਿਸ ਕਿਸਮ ਦਾ ਪਰਚੇ ਨੂੰ ਰਿਸਪੌਂਸ ਮਿਲਿਆ, ਜਿਸ ਕਿਸਮ ਦਾ ਸਵਾਗਤ ਹੋਇਆ ਸਾਹਿਤ ਵਿੱਚ, ਸਾਹਿਤ ਜਗਤ ਵਿੱਚ, ਉਹਨੇ ਬੜਾ ਹੀ ਹੌਸਲਾ ਦਿੱਤਾ ਤੇ ਉਸ ਹੌਸਲੇ ਦੇ ਸਿਰ ਤੇ ਕੰਮ ਚੱਲਦਾ ਰਿਹਾ। ਜੀ, ਜਿਹੜੇ ਸਮੇਂ ਪਰਚਾ ਨਿਕਲਿਆ ਸੀਗਾ ਉਹ ਸਮਾਂ ਵੈਸੇ ਵੀ ਇੱਕ ਤਾਂ ਆਪਾਂ ਖੱਬੇ ਪੱਖੀ ਵਿਚਾਰਧਾਰਾ ਲਈ ਦੇਖੀਏ ਬੜਾ ਬਖਰੇਵਿਆਂ ਵਾਲਾ ਸੀ, ਵਿਚਾਰਧਾਰਕ ਬਖਰੇਵਿਆਂ ਵਾਲਾ। ਮੰਨ ਲਓ ਕਿ ਸੀਪੀਆਈ ਚੋਂ ਸੀਪੀਐਮ ਟੁੱਟ ਗਈ, ਫਿਰ ਐਮਐਲ ਆ ਗਈ ਹੈ, ਇਸ ਤਰ੍ਹਾਂ ਦੀਆਂ ਧਾਰਾਵਾਂ ਚੱਲਦੀਆਂ ਸੀ। ਤੇ ਤੁਸੀਂ ਜਿਹੜਾ ਹੈਗਾ ਵਿਚਾਰਧਾਰਕ ਤੌਰ ਤੇ ਤੁਸੀਂ ਕਿੱਧਰ ਖੜੇ ਸੀ ਤੇ ਉਸ ਵਿਚਾਰਧਾਰਾ ਨੂੰ ਲਿਟਰੇਚਰ 'ਚ ਕਿਵੇਂ ਲੈ ਕੇ ਆਏ? ਜਿਹੜੀਆਂ ਇਹ ਕਮਿਊਨਿਸਟ ਮੂਵਮੈਂਟ ਵਿੱਚ ਉਤਰਾਅ ਚੜ੍ਹਾਅ ਆਏ ਹੈ, ਮੇਰਾ ਇਹ ਮੰਨਣਾ ਸੀ ਕਿ ਉਹਨਾਂ ਦੇ ਪੋਲੀਟੀਕਲ ਮਤਭੇਦ ਜੋ ਮਰਜ਼ੀ ਹੋਣ, ਪਰ ਜਿੱਥੋਂ ਤੱਕ ਵਿਚਾਰਧਾਰਕ ਸਾਂਝ ਦੀ ਗੱਲ ਹੈ, ਸਾਹਿਤ ਦੇ ਪੱਖ ਤੋਂ, ਸਾਹਿਤ ਸੱਭਿਆਚਾਰ ਦੇ ਪੱਖ ਤੋਂ, ਉੱਥੇ ਉਹਨਾਂ ਦਾ ਕੋਈ ਬਹੁਤਾ ਵਖਰੇਵਾਂ ਹੈ ਨਹੀਂ। ਇਸ ਕਰਕੇ ਮੇਰੇ ਲਈ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਸੀਗੀ ਕਿ ਕੋਈ ਕਿਸ ਪਾਰਟੀ ਨਾਲ, ਸੀਪੀਆਈ ਨਾਲ ਤਾਲੁਕ ਰੱਖਦਾ ਜਾਂ ਸੀਪੀਐਮ ਨਾਲ ਤਾਲੁਕ ਰੱਖਦਾ ਜਾਂ ਨਕਸਲਾਈਟ ਹੈ। ਮੇਰੇ ਲਈ ਇਹ ਸਾਰੀ ਗੱਲ ਇੱਕ ਬਰਾਬਰ ਹੀ ਸੀ ਤੇ ਮੈਂ ਕੋਸ਼ਿਸ਼ ਵੀ ਇਹੀ ਕੀਤੀ ਹੈ ਕਿ ਉਹਨਾਂ ਵਖੇਵਿਆਂ ਤੋਂ ਪਾਸੇ ਉੱਠ ਕੇ ਸਾਹਿਤ ਦੀ ਜਿਹੜੀ ਲਹਿਰ ਹੈ ਉਸ ਨੂੰ ਇਸ ਢੰਗ ਨਾਲ ਚਲਾਇਆ ਜਾਏ ਜਿਹਦੇ ਵਿੱਚ ਇਹ ਛੋਟੇ ਮੋਟੇ ਮੁੱਦੇ ਕੋਈ ਮਾਨੇ ਨਾ ਰੱਖਦੇ ਹੋਣ। ਤੇ ਇਸ ਕਰਕੇ ਕੋਈ ਸਮੱਸਿਆ ਨਹੀਂ ਆਈ। ਸਗੋਂ ਬਹੁਤ ਹਾਲਤਾਂ ਵਿੱਚ ਮੈਂ ਸਫਲ ਹੋਇਆ ਵੀ ਜਿਹੜੇ ਲੋਕ ਮੇਰੇ ਨਾਲ ਪਾਰਟੀ ਦੇ ਪੱਖ ਤੋਂ ਕਿਸੇ ਹੋਰ ਪਾਸੇ ਵੀ ਖਲੋਤੇ ਸੀ, ਉਹਨਾਂ ਦਾ ਵੀ ਸਾਥ ਰਿਹਾ। ਸਗੋਂ ਕਮਿਊਨਿਸਟਾਂ ਦੇ ਹਲਕੇ ਤੋਂ ਬਿਨਾਂ ਵੀ ਜਿਹੜੇ ਪ੍ਰੋਗਰੈਸਿਵ ਹਲਕੇ ਸੀ, ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਮਿਲਦਾ ਹੈ। ਡਾਕਟਰ ਸਾਹਿਬ, ਜਿਵੇਂ ਸ਼ੁਰੂਆਤ ਤੁਸੀਂ ਦੱਸਿਆ ਵੀ ਇਹ ਪ੍ਰਗਤੀਵਾਦੀ ਮੂਵਮੈਂਟ ਕਮਜ਼ੋਰ ਹੋ ਰਹੀ ਸੀ, ਉਦੋਂ ਪਰਚਾ ਨਿਕਲਿਆ। ਜੇ ਆਪਾਂ ਅੱਜ ਖੜ ਕੇ ਦੇਖੀਏ ਤਾਂ ਕਿੰਨਾ ਕੁ ਲੱਗਦਾ ਵੀ ਪ੍ਰਗਤੀਵਾਦੀ ਮੂਵਮੈਂਟ ਨੂੰ ਸਿਰਜਣਾ ਵਰਗੇ ਜਾਂ ਹੋਰ ਉਦੋਂ ਬਾਅਦ ਕਈ ਪਰਚੇ ਆਏ ਨੇ ਵਧੀਆ, ਵੀ ਕਿੰਨਾ ਖੁਲਾਰਾ ਮਿਲਿਆ? ਕਿਉਂਕਿ ਪ੍ਰਯੋਗਵਾਦ ਜਾਂ ਇਸ ਤਰ੍ਹਾਂ ਦੀਆਂ ਧਾਰਾਵਾਂ ਤਾਂ ਹਾਲੇ ਵੀ ਚੱਲਦੀਆਂ ਰਹੀਆਂ, ਚਾਹੇ ਆਪਾਂ ਡਾਕਟਰ ਹਰਭਜਨ ਸਿੰਘ ਦੀ ਗੱਲ ਕਰੀਏ ਜਾਂ ਫਿਰ ਸਤਿੰਦਰ ਸਿੰਘ ਨੂਰ ਦਾ ਕਾਫੀ ਸਮਾਂ ਦਬਦਬਾ ਰਿਹਾ। ਤੇ ਫਿਰ ਆਪਾਂ ਪ੍ਰਗਤੀਵਾਦੀ ਧਾਰਾ ਦੇ ਜਿਹੜੇ ਆਪੋਜੀਟ ਧਾਰਾਵਾਂ ਖੜੀਆਂ ਸੀ, ਇਹ ਕਿੰਨਾ ਕੁ ਮੁਕਾਬਲਾ ਜਾਂ ਟੱਕਰ ਦਿੰਦੀਆਂ ਨਜ਼ਰ ਆਈਆਂ ਤੁਹਾਨੂੰ? ਸਾਹਿਤ ਵਿੱਚ ਜਿਹੜੀ ਜਿਸ ਤਰ੍ਹਾਂ ਦੀ ਪ੍ਰਯੋਗਵਾਦੀ ਧਾਰਾ ਚੱਲੀ ਸੀ ਉਹ ਤਾਂ ਬਹੁਤ ਥੋੜੇ ਦੇਰ ਰਹੀ ਹੈ, ਤੇ ਉਹਦਾ ਉਸ ਪੱਖ ਤੋਂ ਮੈਂ ਸਮਝਦਾ ਵੀ ਸਿਰਜਣਾਤਮਕ ਖੇਤਰ ਵਿੱਚ ਬਹੁਤ ਵੱਡੀ ਪ੍ਰਾਪਤੀ ਸੀ ਵੀ ਅਸੀਂ ਮੁੜ ਕੇ ਉਹੀ ਗੱਲ ਉਭਾਰਨ ਵਿੱਚ ਸਫਲ ਹੋਏ ਜਿਹੜੀ ਕਮਜ਼ੋਰ ਪੈਂਦੀ ਜਾ ਰਹੀ ਸੀ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸਤਿੰਦਰ ਸਿੰਘ ਨੂਰ ਵਗੈਰਾ, ਤੇ ਉਹ ਜਿਹੜਾ ਸੀ ਉਹ ਯੂਨੀਵਰਸਿਟੀਆਂ 'ਚ ਅਕਾਦਮਿਕਤਾ ਦੇ ਖੇਤਰ ਵਿੱਚ ਬੋਲਬਾਲੇ ਦੀ ਗੱਲ ਹੈ। ਡਾਕਟਰ ਹਰਭਜਨ ਸਿੰਘ ਸੀ, ਉਹ ਬਹੁਤ ਸਾਡਾ ਵੱਡਾ ਵਿਦਵਾਨ ਸੀ, ਵੱਡਾ ਲੇਖਕ ਸੀ, ਤੇ ਉਹ ਯੂਨੀਵਰਸਿਟੀਆਂ 'ਚ ਉਹ ਜਿਹੜੇ ਹਲਕਾ ਸੀ ਉਹ ਯੂਨੀਵਰਸਿਟੀਆਂ 'ਚ ਬਹੁਤ ਰਿਹਾ ਸੀ। ਤੇ ਉਹ ਮੈਨੂੰ ਲੱਗਦਾ ਵੀ ਤੁਸੀਂ ਉਹਦੀ ਗੱਲ ਕਰ ਰਹੇ ਹੋ, ਪਰ ਜਿੱਥੋਂ ਤੱਕ ਸਿਰਜਣਾਤਮਕਤਾ ਦਾ ਤਾਲੁਕ ਆ, ਮੇਰਾ ਖਿਆਲ ਆ ਵੀ ਉਹ ਜਿਹੜਾ ਸੀ ਕਾਫੀ ਸਫਲ ਰਹੇ ਆ। ਸਗੋਂ ਜਿਹੜੀ ਨਕਸਲਵਾਦੀ ਲਹਿਰ ਚੱਲੀ ਸੀ ਉਹਦਾ ਸਾਹਿਤ ਦੇ ਉੱਪਰ ਬਹੁਤ ਜ਼ਿਆਦਾ ਇੰਪੈਕਟ ਸੀ, ਤੇ ਉਹਦੇ ਵਿੱਚ ਜਿਹੜੇ ਸਰਗਰਮ ਬੰਦੇ ਸੀ ਉਹ ਸਾਹਿਤ ਸੱਭਿਆਚਾਰ ਬੜੇ ਸੁਚੇਤ ਵੀ ਬੜੇ ਸੀ। ਤੇ ਸਗੋਂ ਉਹਦੇ ਆਉਣ ਨਾਲ ਜਿਹੜੀਆਂ ਪ੍ਰਗਤੀਵਾਦੀ ਅਸਲੀ ਵਿਸ਼ਾਲ ਅਰਥਾਂ 'ਚ ਕਦਰਾਂ ਕੀਮਤਾਂ ਸੀ ਉਹ ਜ਼ਿਆਦਾ ਪਰਿਪੱਕ ਹੁੰਦੀਆਂ ਗਈਆਂ। ਆਲੋਚਨਾ ਦੇ ਖੇਤਰ ਵਿੱਚ ਮੈਂ ਜਿਵੇਂ ਦੱਸਿਆ ਅਕਾਦਮਿਕਤਾ ਦੇ ਖੇਤਰ 'ਚ ਯੂਨੀਵਰਸਿਟੀਆਂ 'ਚ ਤੇ ਇਸ ਕਿਸਮ ਦਾ ਅੰਸਰ ਜ਼ਰੂਰ ਸੀਗਾ ਜਿਹੜਾ ਉਸ ਤਰ੍ਹਾਂ ਦਾ ਪ੍ਰਗਤੀਵਾਦ ਨੂੰ ਪਰਨਾਇਆ ਹੋਇਆ ਨਹੀਂ ਸੀ। ਪਰ ਉਂਝ ਇਹਨਾਂ ਵਿਦਵਾਨਾਂ ਨੇ ਵੀ ਕਦੇ ਇਸ ਕਿਸਮ ਦਾ ਵਿਰੋਧ ਨਹੀਂ ਕੀਤਾ। ਉਹਨਾਂ ਨੇ ਨਵੀਆਂ ਜਿਹੜੀਆਂ ਆਲੋਚਨਾ ਵਿਧੀਆਂ ਸੀ ਉਹਨਾਂ ਦੀ ਗੱਲ ਕੀਤੀ ਹੈ, ਰਚਨਾਵਾਦੀ ਹੋ ਗਏ, ਪਰ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਕੀਤੀ ਵੀ ਅਸੀਂ ਮਾਰਕਸਵਾਦ ਦੇ ਵਿਰੋਧ ਵਿੱਚ ਖਲੋਤੇ ਹਾਂ ਜਾਂ ਪ੍ਰਗਤੀਵਾਦ ਦੇ ਵਿਰੋਧ 'ਚ ਖਲੋਤੇ ਹਾਂ। ਪ੍ਰਗਤੀਵਾਦ ਦੇ ਐਸੇ ਰੂਪ ਨੂੰ ਉਹ ਕੰਡੈਮਡ ਵੀ ਕਰਦੇ ਸੀ ਜਿਹੜੇ ਸਾਡੀ ਆਪਣੀ ਸਮਝ ਵਿੱਚ ਵੀ ਉਹ ਬਹੁਤੇ ਠੀਕ ਨਹੀਂ ਸੀ, ਨਾਅਰੇਬਾਜ਼ੀ ਤੱਕ ਵੀ।
ਸੋ ਇਸ ਕਰਕੇ ਮੈਨੂੰ ਹੁਣ ਨਹੀਂ ਲੱਗਦਾ ਵੀ ਉਹਨਾਂ ਵੱਲੋਂ ਕੋਈ ਉਸ ਕਿਸਮ ਦਾ ਚਿਹਰੇ ਹੈ। ਜੀ ਅੱਛਾ, ਇੱਕ ਚੀਜ਼ ਮੈਂ ਹੋਰ ਦੇਖਦਾ ਇਹਦੇ ਵਿੱਚ ਤੁਹਾਡੇ ਪ੍ਰਬੁੱਧ ਸੰਪਾਦਕ ਹੋਣ ਦਾ ਝਲਕਾਰਾ ਤਾਂ ਮਿਲਦਾ ਹੀ ਹੈ, ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਲਚਕੀਲਾਪਨ ਵੀ ਰੱਖਿਆ। ਜਿਵੇਂ ਇਹਦੇ ਵਿੱਚ ਮੈਂ ਜਸਵੀਰ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਵੀ ਦੇਖੀਆਂ ਨੇ ਨਾ, ਇਸ ਤਰ੍ਹਾਂ ਦੇ ਸ਼ਾਇਰ ਵੀ ਦੇਖੇ ਨੇ, ਸਾਹਿਤਕਾਰ ਦੇਖੇ ਨੇ ਜਿਹੜੇ ਕਿ ਸ਼ਾਇਦ ਉਸ ਤਰ੍ਹਾਂ ਪ੍ਰਗਤੀਵਾਦੀ ਨਹੀਂ ਹੈਗੇ। ਇਹਦੇ ਪਿੱਛੇ ਕੀ ਸੋਚ ਕੰਮ ਕਰਦੀ ਸੀਗੀ ਇਦਾਂ ਦੇ ਸਾਹਿਤਕਾਰਾਂ ਨੂੰ ਛਾਪਣ ਪਿੱਛੇ? ਜਿੱਥੋਂ ਤੱਕ ਤਾਂ ਸਿਰਜਣਾਤਮਕ ਲਿਖਤਾਂ ਸੀ, ਹਾਂਜੀ, ਉਹ ਤਾਂ ਕਦੇ ਵੀ ਉਸ ਪਾਸਿਓਂ ਅਸੀਂ ਛਿੜਕੇ ਨਹੀਂ ਹਾਂ। ਸਿਰਜਣਾਤਮਕ ਲਿਖਤਾਂ ਤਾਂ ਸਾਰੀਆਂ ਉਹੀ ਸ਼ਬਦੀਆਂ ਰਹੀਆਂ ਜਿਹੜੀਆਂ ਸਾਡੀ ਨਜ਼ਰ 'ਚ ਸਮਾਜਿਕ ਸਾਰਥਕਤਾ ਵਾਲੀਆਂ ਨੇ, ਪ੍ਰਗਤੀਵਾਦ ਦੀ ਕਦਰਾਂ ਕੀਮਤਾਂ ਨੂੰ ਅੱਗੇ ਲਿਜਾਣ ਵਾਲੀਆਂ ਨੇ। ਪਰ ਵਿਚਾਰਧਾਰਕ ਤੌਰ ਤੇ ਬਹਿਸ ਮੁਬਾਸੇ ਲਈ ਅਸੀਂ ਉਹਨਾਂ ਦੇ ਲੇਖ ਜ਼ਰੂਰ ਛਾਪਦੇ ਰਹੇ, ਔਰ ਮੈਂ ਇਹ ਸਮਝਦਾ ਸੀ ਵੀ ਕਿ ਸਾਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਗੱਲ ਜ਼ਿਆਦਾ ਨਿਖਰੇ। ਉਸ ਹਾਲਤ 'ਚ ਅਸੀਂ ਉਹਨਾਂ ਦੀਆਂ ਲਿਖਤਾਂ ਵੀ ਜ਼ਰੂਰ ਛਾਪਦੇ ਰਹੇ ਹਾਂ। ਤੇ ਮੈਂ ਸਮਝਦਾ ਇਹੀ ਗੱਲ ਜਿਹੜੀ ਸੀ ਸਿਰਜਣ ਦੇ ਹੱਕ 'ਚ ਗਈ ਹੈ ਕਿ ਉਹ ਲੋਕ ਵੀ ਜਿਹੜੇ ਸਮਝਦੇ ਸੀ, ਪਹਿਲਾਂ ਇਸ ਕਿਸਮ ਦਾ ਪ੍ਰਚਾਰ ਕਰਦੇ ਸੀ ਵੀ ਇਹ ਤਾਂ ਪਾਰਟੀ ਦੀ ਗੱਲ ਹੀ ਹੈ, ਉਹ ਗੱਲ ਜਿਹੜੀ ਸੀ ਸਗੋਂ ਅਸੀਂ ਸਾਬਿਤ ਕਰਤੀ ਆਪਣੇ ਵਿਹਾਰ ਨਾਲ ਕਿ ਇਹ ਗੱਲ ਨਹੀਂ ਹੈ। ਤੇ ਉਹ ਲੋਕ ਵੀ ਜਿਹੜੇ ਸਾਡਾ ਇਨੀਸ਼ੀਅਲੀ ਵਿਰੋਧ ਕਰਦੇ ਸੀ ਸ਼ੁਰੂ 'ਚ, ਉਹ ਵੀ ਸਾਡਾ ਇੱਕ ਤਰ੍ਹਾਂ ਨਾਲ ਸਾਥ ਦੇਣ ਲੱਗ ਗਏ, ਜਾਂ ਘੱਟੋ ਘੱਟ ਸਾਡੇ ਵਿਰੋਧ 'ਚ ਨਹੀਂ ਸੀ। ਅੱਛਾ, ਇੱਕ ਜਿਵੇਂ ਸਾਹਿਤਕ ਪੱਤਰਕਾਰੀ ਦੀ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਸਾਹਿਤਕ ਪੱਤਰਕਾਰੀ ਦੀ ਆਪਾਂ ਗੱਲ ਕਰੀਏ, ਸਾਹਿਤਕ ਪੱਤਰਕਾਰੀ ਬਾਰੇ ਨਾ ਬਹੁਤ ਸਾਰੇ ਵਿਦਵਾਨਾਂ ਦੇ ਆਪਣੇ ਆਪਣੇ ਮੱਤ ਹੈਗੇ ਨੇ। ਤੁਹਾਨੂੰ ਵੀ ਪਤਾ ਵੀ ਬਥੇਰੀਆਂ ਧਾਰਾਵਾਂ ਹੈਗੀਆਂ ਨੇ, ਧਾਰਨਾਵਾਂ ਨੇ ਉਹਨਾਂ ਦੀਆਂ। ਜਦੋਂ ਆਪਾਂ ਸਾਹਿਤਕ ਪੱਤਰਕਾਰੀ ਦੇ ਵਿੱਚ ਸਾਹਿਤਕ ਪਰਚਿਆਂ ਦੇ ਯੋਗਦਾਨ ਦੀ ਗੱਲ ਕਰੀਏ, ਇੱਕ ਪਾਸੇ ਡਾਕਟਰ ਸਾਹਿਬ ਜਿਵੇਂ ਪੰਜਾਬੀ 'ਚ 2-3 ਇਹੋ ਜਿਹੇ ਅਖਬਾਰ ਹੈਗੇ ਨੇ ਜਿਹੜੇ ਕਿ ਬਹੁਤ ਵਧੀਆ ਕੰਮ ਕਰਦੇ ਨੇ, ਜਿਵੇਂ ਕਿ ਨਵਾਂ ਜ਼ਮਾਨਾ ਹੋ ਗਿਆ, ਪੰਜਾਬੀ ਟ੍ਰਿਬਿਊਨ ਵੀ ਇਸ ਵਾਰ ਕਰ ਰਿਹਾ, ਹਰਭਜਨ ਹਲਵਾਰਵੀ ਵੇਲੇ ਕਰਦਾ ਹੁੰਦਾ ਸੀਗਾ। ਉਹਨਾਂ ਦਾ ਕੰਮ ਵੀ, ਉਹ ਵੀ ਬਹੁਤ ਅੱਛੀਆਂ ਸਾਹਿਤਕ ਕਿਰਤਾਂ ਨੂੰ ਮਤਲਬ ਛਾਪਦੇ ਹੈਗੇ ਨੇ। ਤੇ ਕਈ ਸਾਨੂੰ ਇਹੋ ਜਿਹੇ ਪਰਚੇ ਮਿਲਦੇ ਨੇ ਪੰਜਾਬੀ 'ਚ ਜਿਹੜੇ ਕਿ ਬਹੁਤ ਉਸ ਤਰ੍ਹਾਂ ਮਿਆਰੀ ਨਹੀਂ ਹੈਗੇ ਪਰਚੇ। ਹੁਣ ਆਪਾਂ ਜਦੋਂ ਸਾਹਿਤਕ ਪੱਤਰਕਾਰੀ ਦੀ ਗੱਲ ਕਰਦੇ ਹਾਂ, ਬਹੁਤੇ ਵਿਦਵਾਨ ਜਿਵੇਂ ਸ਼ਾਇਦ ਤੁਸੀਂ ਵੀ ਇਹਦੇ ਵਿੱਚ ਸ਼ਾਮਲ ਹੋ, ਸਾਹਿਤਕ ਪਰਚਿਆਂ ਨੂੰ ਸਾਹਿਤਕ ਪੱਤਰਕਾਰੀ ਦੇ ਘੇਰੇ 'ਚ ਮੰਨਦੇ ਹੋ, ਤਾਂ ਜਿਹੜੇ ਹੁਣ ਅਖਬਾਰਾਂ ਵੱਲੋਂ ਕੰਮ ਕੀਤਾ ਜਾਂਦਾ ਸਾਹਿਤਕ ਪੱਤਰਕਾਰੀ ਦੇ ਲਈ, ਉਹਨੂੰ ਆਪਾਂ ਕਿਸ ਖਾਤੇ ਵਿੱਚ ਰੱਖਾਂਗੇ? ਦੇਖੋ, ਮੈਂ ਜਿਹੜਾ ਅਖਬਾਰਾਂ ਨੇ ਉਹਨਾਂ ਵਿੱਚ ਜੋ ਕੁਝ ਸਾਹਿਤਕ ਪੰਨੇ ਛਪਦੇ ਨੇ, ਖਾਸ ਤੌਰ ਤੇ ਪੰਜਾਬੀ ਟ੍ਰਿਬਿਊਨ ਤੇ ਨਵਾਂ ਜ਼ਮਾਨਾ ਵਿੱਚ, ਜੀ ਜੀ, ਉਹ ਬੜਾ ਅੱਛਾ ਕੰਮ ਕਰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਇਉਂ ਨਹੀਂ ਸਮਝਦਾ ਕਿ ਉਹਨੂੰ ਸਾਹਿਤਕ ਪੱਤਰਕਾਰੀ ਦਾ ਦਰਜਾ ਦਿੱਤਾ ਜਾ ਸਕਦਾ। ਉਹਨਾਂ ਨੂੰ ਉਹ ਕਿਸੇ ਇੰਡੀਵਿਜੂਅਲ ਦਾ ਕੰਮ ਚੰਗਾ ਹੋ ਸਕਦਾ। ਹੁਣ ਜਿਹੜੀ ਮੇਰੀ ਨਜ਼ਰ 'ਚ ਕਦੇ ਵੀ ਜਿਹੜੀ ਅਖਬਾਰ ਵਿੱਚ ਛਪੀ ਲਿਖਤ ਹੈ, ਉਹਨੇ ਸਾਹਿਤਕ ਮਹੱਤਵ ਦੀ ਨਹੀਂ ਰਹੀ। ਤੇ ਮੈਂ ਇਸ ਕਰਕੇ ਸਮਝਦਾ ਵੀ ਜਿਹੜੀ ਸਾਹਿਤਕ ਪੱਤਰਕਾਰੀ ਆ, ਉਹ ਤਾਂ ਅਸੀਂ ਉਹਨੂੰ ਹੀ ਮੰਨਾਂਗੇ ਜਿਹੜੀ ਰਸਾਲਿਆਂ 'ਚ ਸਾਹਿਤਕ ਪੱਤਰਕਾਰਾਂ 'ਚ ਹੁੰਦੀ ਹੈ। ਪਰ ਮੈਂ ਇਸ ਗੱਲ ਨੂੰ ਪ੍ਰਵਾਨ ਕਰਦਾ ਵੀ ਜਿਹੜੇ ਇਹਨਾਂ ਪਰਚਿਆਂ 'ਚ ਕੰਮ ਕਰਨ ਵਾਲੇ ਬੰਦੇ ਨੇ, ਖਾਸ ਤੌਰ ਤੇ ਸਾਹਿਤ ਨੂੰ ਦੇਖਣ ਵਾਲੇ ਪੰਨੇ ਦਾ ਬਲਵੀਰ ਪਰਵਾਨਾ ਦਾ ਕੰਮ ਹੋਵੇ, ਜਿਵੇਂ, ਮੈਂ ਉਸ ਨੂੰ ਪ੍ਰਵਾਨਗੀ ਦਿੰਦਾ। ਮੈਂ ਸਮਝਦਾ ਕਿ ਇਹਨਾਂ ਦਾ ਬੜਾ ਵੱਡਾ ਯੋਗਦਾਨ, ਚੰਗਾ ਕੰਮ ਕਰ। ਤੇ ਨਵਾਂ ਜ਼ਮਾਨਾ ਦਾ ਤਾਂ ਨਿਸ਼ਚੈ ਹੀ ਜਿਹੜਾ ਐਤਵਾਰ ਤਾਂ ਉਹਨਾਂ ਦਾ ਸੀ, ਉਹਨਾਂ ਦੀ ਸਾਹਿਤਕ ਹਲਕਿਆਂ 'ਚ ਬਹੁਤ ਵੱਡੀ ਪਛਾਣ ਸੀ। ਤੇ ਇਸੇ ਤਰ੍ਹਾਂ ਹੀ ਜਿਹੜਾ ਪੰਜਾਬੀ ਟ੍ਰਿਬਿਊਨ ਦਾ ਸਾਹਿਤਕ ਉਸ ਤਰ੍ਹਾਂ ਦਾ ਭਾਵੇਂ ਨਹੀਂ ਹੁੰਦਾ, ਪਰ ਉਹਦਾ ਮੈਗਜ਼ੀਨ ਸੈਕਸ਼ਨ, ਉਹਨਾਂ ਦੇ ਬਾਕੀ ਜਿਹੜੇ ਸਾਹਿਤਕ ਲਿਖਤਾਂ ਛਪਦੀਆਂ ਨੇ ਬਹੁਤ ਵੱਡੀਆਂ। ਹੁਣ ਡਾਕਟਰ ਸਾਹਿਬ ਆਪਾਂ ਸਿਰਜਣਾ ਦੀਆਂ ਲਿਖਤਾਂ ਬਾਰੇ ਆਉਂਦੇ ਆ। ਸਿਰਜਣਾ ਬਾਰੇ ਮੰਨਿਆ ਜਾਂਦਾ ਕਿ ਕੱਲੀ ਲਿਖਤ, ਜਿਵੇਂ ਮੈਂ ਅੱਜ ਪੜ੍ਹ ਰਿਹਾ ਸੀ ਤਾਜ਼ਾ ਅੰਕਾ ਜਿਹੜਾ ਤੁਹਾਡਾ, ਉਹਦੇ ਵਿੱਚ ਕੁਝ ਲੇਖਕਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਹੈਗੇ ਨੇ ਵੀ ਅਸੀਂ ਸਿਰਜਣਾ ਨਾਲ ਕਿਵੇਂ ਜੁੜੇ, ਜਦੋਂ ਸਾਡੀਆਂ ਲਿਖਤਾਂ ਦੇ ਉੱਤੇ ਕੋਈ ਗੜਬੜ ਹੁੰਦੀ ਸੀ, ਕੋਈ ਲੱਗਦਾ ਸੀ ਵੀ ਹਲੇ ਕੱਚੀਆਂ ਨੇ, ਤਾਂ ਡਾਕਟਰ ਸਾਹਿਬ ਆਪਣੀ ਇੱਕ ਟਿੱਪਣੀ ਦੇ ਕੇ ਭੇਜਦੇ ਹੁੰਦੇ ਸੀ ਵੀ ਇਹਦੇ ਵਿੱਚ ਆਹ ਚੀਜ਼ ਹੈਗੀ ਆ ਭਾਈ। ਤੇ ਸਿਰਜਣਾ ਨੂੰ ਛਾਪਣ ਦੇ ਵਿੱਚ, ਰਚਨਾ ਛਪੇ, ਇਹਦੇ ਲਈ ਕਿਸ ਤਰ੍ਹਾਂ ਦੇ ਮਿਆਰ ਰੱਖੇ ਗਏ ਨੇ, ਜਾਂ ਹੁਣ ਵੀ ਕਿਸ ਤਰ੍ਹਾਂ ਦੇ ਮਿਆਰ ਹੈਗੇ ਨੇ? ਇਹ ਮੈਂ ਅਕਸਰ ਕਹਿਣਾ ਹੁੰਦਾ ਕਿ ਚੰਗਾ ਪਰਚਾ ਛਪ ਸਕਦਾ, ਸਾਹਿਤਕ ਪਰਚਾ, ਉਂਝ ਆਪਣੇ ਆਪ 'ਚ ਇਹ ਕੋਈ ਇਹੋ ਜਿਹਾ ਵਪਾਰਕ ਸੌਦਾ ਤਾਂ ਹੋ ਨਹੀਂ ਸਕਦਾ, ਵਪਾਰਕ ਪ੍ਰਪੋਜ਼ਲ ਕੋਈ ਹੈ ਨਹੀਂ ਹੋਣੀ। ਪਰ ਪਰਚਾ ਕੱਢਣ ਵਾਲੇ ਬੰਦੇ ਨੂੰ ਇਹ ਧਿਆਨ 'ਚ ਰੱਖਣਾ ਹੁੰਦਾ ਕਿ ਉਸ ਦਾ ਅਸਲ ਮਕਸਦ ਹੈ ਕੀ।
ਅਕਸਰ ਜਿਹੜੇ ਪਰਚਾ ਕੱਢਣ ਵਾਲੇ ਆ ਬੰਦੇ, ਉਹਨਾਂ ਨੇ ਕਿਸੇ ਨੇ ਛੋਟੇ ਜਿਹੇ ਗਰੁੱਪ ਨੂੰ ਪਾਲਣਾ ਹੁੰਦਾ, ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਕਰਦੇ ਨੇ, ਤੋ ਉਹਦੇ ਚ ਬਹੁਤੇ ਸਫਲ ਨਹੀਂ ਹੁੰਦੇ। ਪਰ ਜੇ ਤੁਹਾਡਾ ਨਿਸ਼ਚਾ ਨਿਸ਼ਾਨਾ ਸਪਸ਼ਟ ਹੋਵੇ, ਫਿਰ ਇਹੀ ਜੀ ਕੋਈ ਸਮੱਸਿਆ ਨਹੀਂ। ਤੇ ਸਿਰਜਣਾ ਬਾਰੇ ਮੈਂ ਇੰਨੀ ਗੱਲ ਕਹਿ ਸਕਦਾ ਕਿ ਸਾਨੂੰ ਇਸ ਗੱਲ ਬਾਰੇ ਬਿਲਕੁਲ ਸਪਸ਼ਟਤਾ ਸੀ ਕਿ ਇਹਦੇ ਚ ਕੋਈ ਵਪਾਰਕ ਹਿੱਤ ਨਹੀਂ, ਪੈਸੇ ਆਪਣੇ ਕੋਲ ਪੱਲਿਓਂ ਪਾ ਕੇ ਜੇ ਪਰਚਾ ਕੱਢਣਾ, ਤੇ ਸਾਡਾ ਮਕਸਦ ਸਿਰਫ ਇੱਕ ਵਿਚਾਰਧਾਰਕ ਪਹੁੰਚ ਵਾਲਾ ਸੀ। ਉਸ ਵਿਚਾਰਧਾਰਕ ਪਹੁੰਚ ਦੇ ਨਾਲ ਪਰਚਾ ਨਿਕਲਦਾ ਰਿਹਾ, ਤੇ ਮੈਂ ਇਸ ਕਰਕੇ ਸਾਹਿਤਕ ਪੱਧਰ ਤੇ ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਕਰਦਾ। ਮਾੜੀ ਲਿਖਤ ਭਾਵੇਂ ਪ੍ਰਗਤੀਵਾਦ ਦੇ ਨਾਂ ਤੇ ਸਗੋਂ ਜ਼ਿਆਦਾ ਹੁੰਦੀਆਂ ਨੇ ਮਾੜੀਆਂ ਲਿਖਤਾਂ, ਉਹ ਜਿਹੜੀ ਉਹ ਕਹਿਣਗੇ ਵੀ ਇਹ ਲੋਕ ਪੱਖੀ ਲਿਖਤ ਹੈ, ਤੇ ਮੈਂ ਨਾਅਰੇਬਾਜ਼ੀ ਵਾਲੀ ਲਿਖਤ ਨੂੰ ਮੈਂ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਦਿੰਦਾ। ਨਤੀਜੇ ਵਜੋਂ ਜਦੋਂ ਹੁਣ ਮੈਂ ਜੇ ਜ਼ਿਕਰ ਕਰਾਂ ਵੀ ਵੱਡੇ ਵੱਡੇ ਲੇਖਕ ਜਿਹੜੇ ਸੀ, ਸਿਰਜਣਾ ਛਪਣਾ ਮਾਣ ਸਮਝਦੇ ਰਹੇ ਆ, ਹੁਣ ਵੀ ਸਮਝਦੇ ਆ, ਤੇ ਉਹਨਾਂ ਦੀਆਂ ਲਿਖਤਾਂ ਨੂੰ ਵੀ ਮੈਂ ਕਈ ਵਾਰ ਸਮਝਦਾ ਸੀ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਵੱਡਾ ਨਾ ਹੋਵੇ ਤੇ ਚੰਗੀ ਵੱਡੀ ਵਧੀਆ ਲਿਖਤੀ ਹੋਵੇ। ਉਹਨਾਂ ਨੂੰ ਵੀ ਕਈ ਵਾਰ ਅਪ੍ਰਵਾਨ ਕਰਦਾ ਰਿਹਾ, ਨਾ ਮਨਜ਼ੂਰ ਕਰਦਾ ਰਿਹਾ, ਤੇ ਉਹਦੇ ਨਾਲ ਸਗੋਂ ਸਿਰਜਣਾ ਦਾ ਪੱਧਰ ਜ਼ਿਆਦਾ ਅੱਛਾ ਬਣਦਾ ਗਿਆ, ਤੇ ਲੇਖਕਾਂ ਵਿੱਚ ਵੀ ਉਹਦਾ ਸਤਿਕਾਰ ਜ਼ਿਆਦਾ ਹੋਇਆ। ਉਹਨਾਂ ਲੇਖਕਾਂ ਦੀਆਂ ਨੇ ਵੀ ਜਿਨ੍ਹਾਂ ਦੀਆਂ ਲਿਖਤਾਂ ਕਦੇ ਨਾ ਮਨਜ਼ੂਰ ਕੀਤੀਆਂ ਗਈਆਂ, ਉਹਨਾਂ ਨੇ ਵੀ ਇਸ ਗੱਲ ਨੂੰ ਐਪਰੀਸ਼ੀਏਟ। ਮਤਲਬ ਆਪਾਂ ਇਸ ਗੱਲ ਦੀ ਗਾਰੰਟੀ ਲੈ ਸਕਦੇ ਹਾਂ ਤੁਹਾਡੇ ਪਰਚੇ ਦੇ ਵਿੱਚ ਕਿ ਕੋਈ ਬੰਦਾ ਮੇਰੇ ਕੋਲ ਸਿਫਾਰਿਸ਼ ਲਾਵੇ ਜੀ ਮੈਂ ਸਿਰਜਣਾ ਦੇ ਵਿੱਚ ਛਪਣਾ, ਤਾਂ ਉਹ ਨਾ ਮਨਜ਼ੂਰ ਹੋਊਗੀ ਪਹਿਲੇ ਮੁੱਢੋਂ ਹੀ। ਸਿਫਾਰਿਸ਼ ਤਾਂ ਮੈਂ ਕਿਸੇ ਦੀ ਨਹੀਂ ਮੰਨਦਾ, ਆਪਣੇ ਆਪ ਦੀ ਵੀ ਨਹੀਂ ਮੰਨਾਂਗਾ ਸਿਫਾਰਿਸ਼, ਆਪਣੇ ਆਪ ਦੀ ਵੀ ਨਹੀਂ। ਇਹੀ ਸਿਰਜਣਾ ਦੀ ਜਿਹੜੀ ਹੈ, ਤੁਹਾਨੂੰ ਮੈਂ ਦੱਸਾਂ, ਬਹੁਤ ਸਾਰੇ ਐਸੇ ਲੇਖਕ ਛਾਪੇ ਨੇ ਜਿਹੜੇ ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਨਹੀਂ ਹੁੰਦਾ। ਹੁਣ ਵੀ ਇਸ ਵੇਲੇ ਵੀ ਨਵੀਂ ਪੀੜ੍ਹੀ ਚੋਂ ਲੇਖਕ ਨੇ ਜਿਨ੍ਹਾਂ ਦੀ ਮੈਂ ਕਦੇ ਸ਼ਕਲ ਨਹੀਂ ਦੇਖੀ। ਮੈਂ ਜੇ ਕੋਈ ਚੰਗੀ ਲਿਖਤ ਕਿਤੇ ਪੁੰਜ ਛਪੀ ਕਿਸੇ ਦੀ ਨਵੇਂ ਨਾਂ ਦੇਖ ਲਾਂ, ਤੇ ਮੈਂ ਆਪ ਵੀ ਉਹਦੇ ਤੱਕ ਪਹੁੰਚ ਕਰਦਾ, ਤੇ ਚੰਗੀਆਂ ਲਿਖਤਾਂ ਲਿਖਾਉਣ ਲਈ ਹਮੇਸ਼ਾ ਪਹੁੰਚ ਕੀਤੀ ਹੈ, ਕਰਦੇ ਰਹੇ ਹਾਂ। ਤੇ ਇਸ ਕਰਕੇ ਮੈਂ ਕਹਿ ਸਕਦਾ ਵੀ ਸਿਫਾਰਿਸ਼ ਵਾਲੀ ਗੱਲ ਨਹੀਂ ਚੱਲ ਸਕਦੀ। ਤੇ ਹੁਣ ਤਾਂ ਸਭ ਨੂੰ ਹੀ ਪਤਾ ਹੈ ਇਸ ਗੱਲ ਦਾ ਕਿ ਸਿਰਜਣਾ ਚ ਇਹ ਗੱਲ। ਡਾਕਟਰ ਸਾਹਿਬ, ਇੱਕ ਗੱਲ ਤਾਂ ਹੋਰ ਅੱਜ ਨਿਤਾਰਾ ਕਰਦੇ ਜਾਓ। ਕੁਝ ਲੋਕ ਕਹਿੰਦੇ ਵੀ ਸਿਰਜਣਾ ਜਿਹੜਾ ਮੈਗਜ਼ੀਨ ਆ, ਕਹਾਣੀ ਲਈ ਬਹੁਤ ਵਧੀਆ ਮੈਗਜ਼ੀਨ ਆ, ਅਸੀਂ ਸਿਰਜਣਾ ਦੇ ਵਿੱਚ ਕਹਾਣੀਆਂ ਪੜ੍ਹ ਕੇ ਕਹਾਣੀਕਾਰ ਬਣੇ ਆ, ਤੇ ਕੁਝ ਬੰਦੇ ਮੈਨੂੰ ਕਹਿੰਦੇ ਕਿ ਅਸੀਂ ਕਵਿਤਾਵਾਂ ਪੜ੍ਹ ਕੇ ਕਵੀ ਬਣੇ ਆ। ਹੁਣ ਸਿਰਜਣਾ ਕਵਿਤਾ ਦਾ ਸਪੈਸ਼ਲ ਮੈਗਜ਼ੀਨ ਹੈ ਜਾਂ ਕਹਾਣੀ ਦਾ? ਤੁਸੀਂ ਵੇਖੋਗੇ ਵੀ ਅਸੀਂ ਤਾਂ ਸਾਰੀਆਂ ਵਿਧਾਵਾਂ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਗੱਲ ਤੁਹਾਡੀ ਸਹੀ ਹੈ ਕਿ ਕਹਾਣੀ ਦੀ ਜਿਹੜੀ ਚਰਚਾ ਹੁੰਦੀ ਹੈ, ਸਿਰਜਣਾ ਕਹਾਣੀ ਛਪਦੀ ਆ, ਉਹ ਇਸ ਕਰਕੇ ਵੀ ਵੱਡੇ ਨਾਂ ਕਈ ਜਿਹੜੇ ਸਥਾਪਿਤ ਹੋਏ ਆ ਸਿਰਜਣ ਰਾਹੀਂ, ਬਿਆਮ ਸਿੰਘ ਸੰਧੂ ਵਰਗੇ। ਨਵੀਂ ਪੀੜ੍ਹੀ ਚੋਂ ਨਵੇਂ ਨਾਂ ਨੇ, ਜਿਵੇਂ ਬਲਵਿੰਦਰ ਗਰੇਵਾਲ ਹੈ, ਬਲਜਿੰਦਰ ਨਸਰਾਲੀ ਹੈ, ਬਟ ਕਈ ਨਾਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਚੰਗੇ ਉੱਭਰ ਕੇ ਆਏ ਆ। ਤੇ ਉਹ ਕਹਾਣੀ ਦੇ ਅਕਸਰ ਇਹ ਮਿਥਿਆ ਜਾਂਦਾ ਵੀ ਇਹ ਬਹੁਤ ਚੰਗੀ ਛਪਦੀ ਹੈ, ਪਰ ਮੈਂ ਸਮਝਦਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਵਿਤਾ ਵੀ ਇਸ ਤਰ੍ਹਾਂ ਹੋਵੇ। ਤੇ ਹੁਣ ਵੀ ਤੁਸੀਂ ਵੇਖੋਗੇ ਕਿ ਐਸੇ 200ਵੇਂ ਅੰਕ ਵਿੱਚ ਹੀ ਤੁਸੀਂ ਜਾਣੇ ਪਛਾਣੇ ਲੇਖਕਾਂ ਦੇ ਨਾਲ ਤੁਸੀਂ ਨਵੇਂ ਲੇਖਕ ਦੇਖੋਗੇ। ਨਵੀਂ ਕਵਿਤਾ ਦੇ ਖੇਤਰ ਵਿੱਚ ਹੀ, ਕਹਾਣੀ ਨਹੀਂ, ਕਵਿਤਾ ਦੇ ਖੇਤਰ ਵਿੱਚ ਵੀ ਹੈ। ਤੋ ਉਂਝ ਗੱਲ ਇਹ ਹੈ ਵੀ ਜੇ ਦੇਵ ਹੈ ਜਾਂ ਲਾਲ ਸਿੰਘ ਦਿਲ ਸੀ, ਜਿਹੜੇ ਵੱਡੇ ਸਾਹਿਤ ਦੇ ਇਤਿਹਾਸ ਚ ਆ ਗਏ ਨਾ, ਵੱਡੇ ਸਿਰਜਣਾ ਰਾਹੀਂ ਇੰਟਰੋਡਿਊਸ ਹੋਏ। ਇਵੇਂ ਜਿਵੇਂ ਕਹਾਣੀਕਾਰ ਬਹੁਤ ਸਾਰੇ ਨੇ ਜਿਹੜੇ ਸਿਰਜਣਾ ਰਾਹੀਂ ਇੰਟਰੋਡਿਊਸ ਹੋਏ। ਤੇ ਮੈਂ ਸਮਝਦਾ ਵੀ ਇਹੀ ਗੱਲਾਂ ਜਿਹੜੀਆਂ ਨੇ ਉਹਨੂੰ ਸਾਨੂੰ ਅੱਗੇ ਥੋੜੀ ਕਹੀ ਇਸ ਕਿਸਮ। ਇੱਕ ਬਹੁਤ ਵੱਡਾ ਜਿਹੜਾ ਚੈਲੰਜ ਹੈ, ਜਿਵੇਂ ਹੁਣ ਅੱਜ ਕੱਲ ਜਿਹੜੀ ਪੰਜਾਬੀ ਚ ਕਵਿਤਾ ਲਿਖੀ ਜਾ ਰਹੀ ਹੈ, ਉਹੀ ਥੋਕ ਦੇ ਭਾਅ ਚ ਲਿਖੀ ਜਾ ਰਹੀ ਹੈ। ਮੈਂ ਦੇਖ ਰਿਹਾ ਕਿ ਸਿਰਜਣਾ ਦੇ ਵਿੱਚ ਕਵਿਤਾ ਦੀ ਮਿਆਰ ਦੀ ਚੋਣ ਕਰਨ ਵੇਲੇ ਤੁਸੀਂ ਨਵੇਂ ਵੀ ਛਾਪਦੇ ਹੋ, ਪੁਰਾਣਿਆਂ ਨੂੰ ਵੀ ਛਾਪਦੇ ਹੋ। ਤੁਹਾਡੇ ਲਈ ਕਿੰਨੀ ਕੁ ਦਿੱਕਤ ਆਉਂਦੀ ਹੈ? ਕਿਉਂਕਿ ਤੁਹਾਡਾ ਆਪਣਾ ਜਿਹੜੀ ਮੁਹਾਰਤ, ਜੇ ਮੈਂ ਗਲਤ ਨਾ ਹੋਵਾਂ ਤਾਂ ਕਹਾਣੀ ਵਿੱਚ ਹੈਗੀ ਹੈ, ਕਵਿਤਾ ਨੂੰ ਛਾਪਣ ਵੇਲੇ ਫਿਰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਛਾਂਟਣ ਵੇਲੇ? ਕਵਿਤਾ ਪਹਿਲੀ ਗੱਲ ਤੇ ਉਨੀ ਜ਼ਿਆਦਾ ਤੁਸੀਂ ਦੇਖੋਗੇ ਵੀ ਉਨੀ ਜ਼ਿਆਦਾ ਛਪਦੀ ਵੀ ਨਹੀਂ ਹੈ। ਅਸੀਂ ਜ਼ਿਆਦਾ ਗਿਣਤੀ ਚ ਜਿਹੜੇ ਵਕਤ ਜ਼ਿਆਦਾ ਕਵੀਆਂ ਨੂੰ ਨਹੀਂ ਛਾਪਦੇ, ਗਿਣਤੀ ਦੇ ਕਵੀ ਹੁੰਦੇ ਨੇ। ਤੇ ਉਹਦੇ ਚ ਜਦੋਂ ਇੰਨੀ ਜ਼ਿਆਦਾ ਕਵਿਤਾ ਲਿਖੀ ਜਾ ਰਹੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਡੀ ਕਵਿਤਾ ਦਾ ਉਹ ਪੱਧਰ ਨਹੀਂ ਹੈ ਜਿਹੜਾ ਚੰਗੀ ਲਿਖਦਾ ਹੋਣਾ ਚਾਹੀਦਾ।
ਕਵਿਤਾ ਦੇ ਨਾਂ ਤੇ ਕਵਿਤਾ ਬਹੁਤ ਹੀ ਲਿਖੀ ਜਾ ਰਹੀ ਹੈ, ਐਵੇਂ ਬੰਦਾ ਭੁਲੇਖਾ ਹੀ ਪੈ ਹੁੰਦਾ ਕਿ ਉਹ ਕਵੀ ਹੈ, ਜਦ ਕਿ ਕਵਿਤਾ ਵਾਲੀ ਉਹਦੇ ਚ ਕੋਈ ਗੱਲ ਕੋਈ ਨਹੀਂ। ਕਵੀ ਬਣਨ ਲਈ ਕੋਈ ਖਾਸ ਕਿਸਮ ਦੀ ਪ੍ਰਤਿਭਾ ਦੀ ਲੋੜ ਹੁੰਦੀ ਹੈ, ਹਰ ਕੋਈ ਕਵੀ ਨਹੀਂ ਹੋ ਸਕਦਾ। ਤੋ ਮੈਂ ਸਮਝਦਾ ਕਿ ਅਸੀਂ ਜਦੋਂ ਇੰਨਾ ਜ਼ਿਆਦਾ ਕੁਝ ਲਿਖਿਆ ਜਾ ਰਿਹਾ ਹੋਵੇ, ਸੇਖੋ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹਦੇ ਚੋਂ ਹੀ ਕੁਆਲਿਟੀ ਵੀ ਨਿਕਲਦੀ ਹੈ, ਉਸ ਚੋਂ ਫਿਰ ਤੁਸੀਂ ਛਾਣ ਕੇ ਚੀਜ਼ ਲੱਭ ਸਕਦੇ ਹੋ। ਤੇ ਅਸੀਂ ਜਿੰਨਾ ਕੁ ਛਾਪਣਾ ਹੁੰਦਾ ਉਨਾ ਕੁ ਮਟੀਰੀਅਲ ਮੈਨੂੰ ਲੱਗਦਾ ਸਾਨੂੰ ਮਿਲ ਜਾਂਦਾ। ਕਹਾਣੀ ਦੀ ਤੁਸੀਂ ਜੇ ਆਪਾਂ ਪੰਜਾਬੀ ਦੀ ਕਹਾਣੀ ਦੀ ਗੱਲ ਕਰੀਏ, ਕਿਉਂਕਿ ਸਿਰਜਣਾ ਨੇ ਬਹੁਤ ਆਲਾ ਦਰਜੇ ਦੀਆਂ ਕਹਾਣੀਆਂ ਛਾਪੀਆਂ ਨੇ। ਐਤਕੀ ਵੀ ਮੈਂ ਦੇਖ ਰਿਹਾ ਬਰਿਆਮ ਸੰਧੂ ਦੀ ਕਹਾਣੀ ਜੋ ਛਾਪੀ ਹੈ, ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਹਾਣੀ ਹੈ ਵੀ ਬਹੁਤ ਅੱਛੀ ਹੈ, ਮੈਂ ਹਾਲੇ ਪਰਸੋਂ ਹੀ ਪੜ੍ਹ ਕੇ ਹਟਿਆ। ਇਹਦੇ ਬਾਰੇ ਮੈਂ ਲਿਖਾਂਗਾ ਵੀ ਆਉਂਦੇ ਸਮੇਂ 'ਚ। ਪਰ ਮੈਨੂੰ ਦੱਸੋ ਕਿ ਕਹਾਣੀ ਜੋ ਪੰਜਾਬੀ ਦੀ ਉਹ ਕਿੱਥੇ ਖੜੀ ਨਜ਼ਰ ਆਉਂਦੀ ਹੈ ਤੁਹਾਨੂੰ? ਕਹਾਣੀ ਬਾਰੇ ਮੇਰੀ ਧਾਰਨਾ ਇਹ ਹੈ ਕਿ ਸਭ ਤੋਂ ਵਧੀਆ ਲਿਖੀ ਜਾ ਰਹੀ ਹੈ, ਤੇ ਬਾਕੀ ਮੈਂ ਇਹ ਤਾਂ ਨਹੀਂ ਦਾਅਵਾ ਕਰਦਾ ਕਿ ਮੈਨੂੰ ਦੁਨੀਆ ਦੇ ਸਾਹਿਤ ਦਾ ਬਹੁਤਾ ਪਤਾ, ਪਰ ਜਿੰਨਾ ਕੁ ਵੀ ਮੈਨੂੰ ਦੂਜੀਆਂ ਜ਼ਬਾਨਾਂ ਦੀ ਕਹਾਣੀ ਪੜ੍ਹਨ ਦਾ ਮੌਕਾ ਮਿਲਦਾ, ਮੈਂ ਸਮਝਦਾ ਸਾਡੀ ਪੰਜਾਬੀ ਕਹਾਣੀ ਕਿਸੇ ਵੀ ਤਰ੍ਹਾਂ ਉਸ ਤੋਂ ਪਿੱਛੇ ਨਹੀਂ। ਤੇ ਇਹ ਪੰਜਾਬੀ ਕਹਾਣੀ ਦਾ ਬਹੁਤ ਪੱਧਰ ਉੱਚਾ, ਤੇ ਉਸ ਮੈਨੂੰ ਤਾਂ ਇਸ ਤਰ੍ਹਾਂ ਹੀ ਜਾਪਦਾ। ਤੇ ਨਾ ਸਿਰਫ ਸਥਾਪਿਤ ਸਾਡੇ ਲੇਖਕ, ਬਲਕਿ ਨਵੀਂ ਪੀੜ੍ਹੀ ਚੋਂ ਵੀ ਇਸ ਤਰ੍ਹਾਂ ਦੇ ਉੱਭਰ ਰਹੇ ਨੇ। ਐਤਕੀ ਨਵੇਂ ਮੈਂ ਦੀਪ ਬਬੂਟਾ ਦਾ ਤੁਸੀਂ ਨਾਂ ਸੁਣਿਆ ਹੈ, ਉਹ ਬਹੁਤ ਹੀ ਸੋਹਣੀ ਉਹਦੀ ਕਹਾਣੀ ਐਤਕੀ ਵੀ ਹੈ। ਇਸੇ ਤਰ੍ਹਾਂ ਹੀ ਕਵਿਤਾਵਾਂ ਜਿਹੜੀਆਂ ਨੇ ਉਹਦੇ ਚ ਵੀ ਭਾਵੇਂ ਬਹੁਤ ਹੀ ਚੰਗੀ ਕਵਿਤਾ ਨਹੀਂ ਲਿਖੀ ਜਾ ਰਹੀ, ਪਰ ਤੁਸੀਂ ਵੇਖੋਗੇ ਵੀ 3 ਬੀਬੀਆਂ ਦੀਆਂ ਕਵਿਤਾਵਾਂ ਐਤਕੀ ਇਸ ਛਪੀਆਂ ਨੇ, ਬਿਲਕੁਲ ਤਕਰੀਬਨ ਨਵੇਂ ਨਾਂ ਨੇ। ਉਹ ਤੁਸੀਂ ਉਹਨਾਂ ਦੀ ਨਵੀਨਤਾ ਤੇ ਵਿਲੱਖਣਤਾ ਪਛਾਣੋ। ਤੋ ਇਹ ਚੀਜ਼ ਜਿਹੜੀ ਹੈ, ਸਿਰਜਣਾ ਹਮੇਸ਼ਾ ਹੁੰਦੀ ਰਹੀ ਹੈ ਸਿਰਜਣਾ ਚ, ਤੇ ਮੈਂ ਸਮਝਦਾ ਵੀ ਇਹ ਪੰਜਾਬੀ ਸਾਹਿਤ ਲਈ ਵੈਸੇ ਚੰਗੀ ਗੱਲ। ਹੁਣ ਆਨੇ ਵਾਰਤਕ, ਤੁਸੀਂ ਸਿਰਜਣਾ ਦੇ ਵਿੱਚ ਨਾ ਵਿਚਾਰਧਾਰਕ ਸਿਧਾਂਤਕ ਲੇਖ ਛਪਦੇ ਹੈਗੇ ਨੇ। ਇਹ ਲੇਖ ਆਪਣੇ ਆਪ ਦੇ ਵਿੱਚ ਕਈ ਚਲੰਤ ਮੁੱਦਿਆਂ ਦੇ ਉੱਤੇ ਵੀ ਹੁੰਦੇ ਨੇ, ਪਰ ਉਹ ਅਖਬਾਰਾਂ ਨਾਲੋਂ ਹਟ ਕੇ ਹੁੰਦੇ ਨੇ। ਇਹ ਜਿਹੜੇ ਲੇਖ ਨੇ, ਇਹਨਾਂ ਦੀ ਜਦੋਂ ਚੋਣ ਕਰਦੇ ਆ, ਇਹਨਾਂ ਦੇ ਵਿਸ਼ਿਆਂ ਦੀ ਚੋਣ ਕਰਦੇ ਆ, ਉਹ ਕਿਵੇਂ, ਕੀ ਸੋਚ ਕੇ ਕਰਦੇ ਹੋ? ਕਿਉਂਕਿ ਜਿਵੇਂ ਸਮੱਸਿਆਵਾਂ ਵੱਡੀਆਂ ਕੌਮਾਂਤਰੀ ਪੱਧਰ ਦੀਆਂ ਨੇ, ਜਾਂ ਮੁਲਕ ਦੀਆਂ ਸਮੱਸਿਆਵਾਂ ਨੇ, ਪੰਜਾਬ ਦੀਆਂ ਸਮੱਸਿਆਵਾਂ ਨੇ, ਉਹਦੇ ਬਾਰੇ ਵੀ ਲੇਖ ਛਪੇ ਨੇ, ਸਿਧਾਂਤਕ ਬਹਿਸਾਂ ਦੇ ਮੁਤਲਕ ਛਪੇ ਨੇ। ਤੁਸੀਂ ਚੋਣ ਕਿਵੇਂ ਕਰਦੇ ਹੋ ਵੀ ਆਪਾਂ ਏਦਾਂ ਦੇ ਲੇਖ ਛਾਪਣੇ ਨੇ? ਇਹਦੇ ਵਾਰਤਕ ਛਾਪਣ ਦੇ ਮਾਮਲੇ 'ਚ ਚੋਣ ਦੀ ਏਡੀ ਨਹੀਂ ਗੱਲ, ਕਿਉਂਕਿ ਇੰਨੀ ਵਾਰਤਕ ਲਿਖੀ ਨਹੀਂ ਜਾਂਦੀ ਉਸ ਤਰ੍ਹਾਂ। ਇਹ ਤਾਂ ਬਹੁਤ ਹੀ ਕਹਿ ਕੇ ਲਿਖਾਉਣੀ ਪੈਂਦੀ ਹੈ। ਤੇ ਅਸੀਂ ਜਿਵੇਂ ਵਿਚਾਰ ਚਰਚਾ ਮੰਗਦੇ ਵਿਸ਼ੇ ਆ, ਉਹਨਾਂ ਵਿਸ਼ਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਬਾਰੇ ਜਿਹੜੇ ਸੰਬੰਧਿਤ ਵਿਦਵਾਨ ਨੇ ਉਹਨਾਂ ਤੱਕ ਪਹੁੰਚ ਕਰੀਦੀ ਹੈ, ਤੇ ਉਹਨਾਂ ਨੂੰ ਲਿਖਣ ਲਈ ਕਹਿੰਦੇ ਆ। ਲਿਖਾਉਣਾ, ਵਾਰਤਕ ਲਿਖਾਉਣੀ, ਲੇਖ ਲਿਖਾਉਣਾ ਬਹੁਤ ਔਖਾ। ਤੋ ਇੱਕ ਸਾਡੀ ਖੁਸ਼ਕਿਸਮਤੀ ਆ ਵੀ ਸਿਰਜਣਾ ਦਾ ਨਾਂ ਇੰਨਾ ਹੋ ਚੁੱਕਿਆ ਵੀ ਉਹ ਵਿਦਵਾਨ ਲੇਖ ਬਹੁਤਾ ਇਨਕਾਰ ਨਹੀਂ ਕਰਦੇ, ਸਹਿਯੋਗ ਦਿੰਦੇ ਨੇ। ਪਰ ਉਂਝ ਅਸੀਂ ਉਹ ਵਿਸ਼ੇ ਆਪ ਵੀ ਚੁਣਦੇ ਹਾਂ, ਤੇ ਬਾਕੀ ਜਿਹੜੇ ਸਾਹਿਤਕ ਵਿਸ਼ੇ ਨੇ ਉਹਨਾਂ ਬਾਰੇ ਲੇਖਕ ਵਿਦਵਾਨ ਆਪ ਵੀ ਆਪਣੇ ਤੌਰ ਤੇ, ਜਿਹੜੇ ਖਾਸ ਤੌਰ ਤੇ ਅਕਾਦਮਿਕਤਾ ਨਾਲ ਉਹ ਲਿਖ ਕੇ ਦੇ ਦਿੰਦੇ ਆ। ਪਰ ਇਹਦੇ ਨਾਲ ਹੀ ਮੈਂ ਇੱਕ ਗੱਲ ਦੱਸਦੇ ਹਾਂ ਵੀ ਜਿਹੜੀਆਂ ਅਕਾਦਮਿਕ ਲੋੜਾਂ ਵਿੱਚੋਂ ਹੁੰਦੀ ਆਲੋਚਨਾ ਜਾਂ ਖੋਜ ਹੈ, ਉਹਨੂੰ ਸਿਰਜਣਾ 'ਚ ਬਿਲਕੁਲ ਥਾਂ ਨਹੀਂ ਦਿੱਤੀ ਜਾਂਦੀ। ਮੈਂ ਬੜੀ ਖਿਮਾ ਮੰਗਦੇ ਲੈਂਦਾ ਸਭ ਤੋਂ ਵੀ ਇਹ ਸਿਰਫ ਅਕਾਦਮਿਕ ਲੋੜਾਂ ਪੂਰੀਆਂ ਕਰਨ ਵਾਲੀਆਂ ਲਿਖਤਾਂ ਸਿਰਜਣਾ ਵਿੱਚ ਨਹੀਂ ਛਪ ਸਕਦੀਆਂ। ਉਹ ਐਸੀਆਂ ਲਿਖਤਾਂ ਜਿਹੜੀਆਂ ਸਾਹਿਤਕ ਪੱਧਰ ਤੇ ਧਿਆਨ ਮੰਗਦੀਆਂ ਹੋਣ, ਵਿਚਾਰ ਚਰਚਾ ਛੇੜਦੀਆਂ ਹੋਣ, ਇਹੀਆਂ ਲਿਖਤਾਂ ਅਸੀਂ ਦੇਖ ਛਾਪਦੇ ਹਾਂ। ਉਹ 'ਚ ਬਹਿਸ ਮੁਬਾਸੇ ਵਾਲੀ ਗੱਲ ਵੀ ਹੋ ਸਕਦੀ ਹੈ, ਵਿਚਾਰਧਾਰਕ ਬਹਿਸ ਵਾਲੀ। ਪਰ ਮੈਨੂੰ ਖੁਸ਼ੀ ਹੈ ਕਿ ਜਿਵੇਂ ਐਤਕੀ ਵੀ ਤੁਸੀਂ ਵੇਖੋਗੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਸਾਰੀ ਜਿਹੜੀ ਬਣ ਗਈ ਹੈ ਸਿਰਜਣਾ 'ਚ ਆਮ ਹੁੰਦੀ ਹੈ, ਇੱਥੇ ਇਸ ਅੰਕ ਵੀ ਪ੍ਰਗਟ ਹੋ। ਇੱਕ ਚੀਜ਼ ਜਿਹੜਾ ਵਿਚਾਰ ਲੈਣਾ ਸੀਗਾ, ਕਿਉਂਕਿ ਰੇਖਾ ਚਿੱਤਰ ਹੈ ਨਾ ਪੰਜਾਬੀ 'ਚ, ਰੇਖਾ ਚਿੱਤਰ ਜਿਹੜੇ ਨੇ ਇਹਨਾਂ ਦਿਨਾਂ ਜਿਵੇਂ ਸਿਰਜਣਾ 'ਚ ਕਾਫੀ ਰੇਖਾ ਚਿੱਤਰ ਐਤਕੀ ਛਾਪੇ ਨੇ ਤੁਸੀਂ, ਇੰਝ ਲੱਗਦਾ ਕਿ ਰੇਖਾ ਚਿੱਤਰ ਫਿਰ ਜਿਹੜੀ ਸਿਨਫ ਹੈ
ਉਹ ਆਪਣਾ ਇੱਕ ਮਕਾਮ ਬਣਾਉਂਦੀ ਜਾ ਰਹੀ ਹੈਗੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਆਪਣੀ ਵੱਖਰੀ ਵਿਧਾ ਬਣਾਈ ਹੋਈ ਹੈ। ਕਦੇ ਤਾਂ ਸਾਨੂੰ ਬਲਵੰਤ ਗਾਰਗੀ ਦੇ ਰੇਖਾ ਚਿੱਤਰ ਵਧੀਆ ਲੱਗਦੇ ਹੁੰਦੇ ਸੀਗੇ, ਜਾਂ ਗੁਲਜ਼ਾਰ ਸੰਧੂ ਦੇ ਕੁਝ ਰੇਖਾ ਚਿੱਤਰ ਕਹੇ ਜਾ ਸਕਦੇ ਨੇ, ਲੇਕਿਨ ਜਿਵੇਂ ਰੇਖਾ ਚਿੱਤਰ ਐਤਕੀ ਸਿਰਜਣਾ ਛਪੇ ਨੇ, ਜਾਂ ਉਸ ਤੋਂ ਬਾਅਦ ਕੁਝ ਪਰਚਿਆਂ ਨੇ ਹੋਰ ਵੀ ਛਾਪਣੇ ਸ਼ੁਰੂ ਕੀਤੇ ਨੇ, ਰੇਖਾ ਚਿੱਤਰ ਵਿਧਾ ਕਿੱਥੇ ਖੜੀ ਦਿਖਦੀ ਹੈ? ਇਹ ਦੇਖੋ, ਇਹ ਬਹੁਤ ਥੋੜੀ ਮਾਤਰਾ ਚ ਇਹ ਲਿਖੇ ਜਾਂਦੇ ਨੇ। ਰੇਖਾ ਚਿੱਤਰ ਦੇ ਕੋਈ ਇਸ ਤਰ੍ਹਾਂ ਦੇ ਵਿਸ਼ੇਸ਼ਕ ਲੇਖਕ ਤਾਂ ਹੈ ਨਹੀਂ। ਜਿਨ੍ਹਾਂ ਲੇਖਕਾਂ ਨੇ ਲਿਖੇ ਵੀ ਆ ਉਹ ਕੋਈ ਇਕੱਲੇ ਰੇਖਾ ਚਿੱਤਰ ਲਿਖਣ ਵਾਲੇ ਲੇਖਕ ਨਹੀਂ। ਆਪਾਂ ਉਹਨਾਂ ਨੂੰ ਕੋਈ ਵਿਅਕਤੀ ਐਸਾ ਅਪੀਲ ਕਰਦਾ ਜਿਹਦੇ ਨੇੜ ਹੈ, ਉਸ ਤੋਂ ਉਹਨਾਂ ਨੇ ਆਪਣੀਆਂ ਲਿਖਤਾਂ ਲਿਖੀਆਂ ਨੇ। ਜਿਵੇਂ ਬਹੁਤ ਅੱਛੀਆਂ ਲਿਖਤਾਂ ਬਣ ਗਈਆਂ, ਜਿਵੇਂ ਇਹ ਕਿ ਜਸਵੰਤ ਦੀਦ ਨੇ ਸੁਰਜੀਤ ਹਾਂਸ ਬਾਰੇ ਹੀ ਲਿਖਿਆ। ਇਹ ਜਿਹੜੀ ਹੈ ਬਹੁਤ ਵਧੀਆ ਗੱਲ ਹੈ। ਪਰ ਜਿਹੜੇ ਦੂਜੇ ਰੇਖਾ ਚਿੱਤਰ ਨੇ ਉਹ ਸਗੋਂ ਬਹੁਤ ਦਿਲਚਸਪ ਸਾਹਿਤੀ ਵੰਨਗੀ ਬਣਦੇ ਆ। ਜਿਸ ਤਰ੍ਹਾਂ ਦਾ ਕਰੈਕਟਰ ਅਵਤਾਰ ਸਿੰਘ ਬਲਿੰਗ ਨੇ ਐਤਕੀ ਲਿਖਿਆ, ਤੇ ਰਜਿੰਦਰਪਾਲ ਸਿੰਘ ਨੇ ਲਿਖਿਆ। ਜਿਹੜੇ ਆਮ ਜ਼ਿੰਦਗੀ ਚੋਂ ਲੈ ਕੇ ਕਰੈਕਟਰ ਉਹਨਾਂ ਨੇ ਲਿਖੇ ਨੇ। ਮੈਨੂੰ ਲੱਗਦਾ ਵੀ ਇਹ ਸਗੋਂ ਇੱਕ ਵੰਨਗੀ ਚੰਗੀ ਹੈ, ਜਿਹੜੀ ਇੱਕ ਤਰ੍ਹਾਂ ਦੀ ਇਹ ਗਲਪ ਵਰਗੀ ਗੱਲ ਹੀ ਹੈ, ਪਰ ਬਹੁਤ ਵਧੀਆ ਚੀਜ਼ ਹੈ ਇਹ, ਜਿਹੜੀ ਆਮ ਲੋਕਾਂ ਵਿੱਚੋਂ ਕਰੈਕਟਰ ਲੈ ਕੇ ਉਹਨਾਂ ਦਾ ਦਿਲਚਸਪ ਚਿੱਤਰ ਉਭਾਰ। ਆਪਾਂ ਹੁਣ ਦੁਬਾਰੇ ਫਿਰ ਪਰਚੇ ਵੱਲ ਆਉਨੇ ਆ। ਮੇਰਾ ਤੁਹਾਡੇ ਤੋਂ ਪੁੱਛਣਾ ਹੈਗਾ ਕਿ ਪੰਜਾਬੀ ਦੇ ਜਿਹੜੇ ਮੈਗਜ਼ੀਨ ਹੈ ਉਹ ਧੜਾ-ਧੜ ਨਵੇਂ ਮੈਗਜ਼ੀਨ ਆ ਰਹੇ ਨੇ, ਬਹੁਤ ਆ ਰਹੇ ਹੈਗੇ ਨੇ, ਜਿਹਦੇ ਵਿੱਚ ਬਾਹਰੋਂ ਵੀ ਪੈਸਾ ਪੂਸਾ ਲੱਗ ਜਾਂਦਾ ਚੰਗਾ। ਮੋਟੇ ਛਪਦੇ ਹੈਗੇ ਨੇ, 400 ਅੰਕਾਂ ਦੇ ਛਪਦੇ ਨੇ, ਵੱਡਾ ਕਾਗਜ਼ ਆ, ਵੱਡੀ ਜਿਲਦ ਹੈ। ਸਿਰਜਣਾ ਇੱਕ ਆਪਣੀ ਤੌਰ ਤੁਰਦਾ ਆ ਰਿਹਾ, ਉਹਦੇ ਵਿੱਚ ਕੋਈ ਫੋਟੋ ਨਹੀਂ ਅਸੀਂ ਦੇਖਦੇ ਕਿਸੇ ਦੀ, ਉਦਾਂ ਹੀ ਸਿੰਪਲ ਜਿਵੇਂ ਪਹਿਲਾ ਅੰਕ ਸੀਗਾ। ਤੇ ਇੱਕ ਤਾਂ ਮੈਨੂੰ ਇਹ ਹੈਗਾ ਕਿ ਇਹਨਾਂ ਪਰਚੀਆਂ ਦੇ ਵਿੱਚ ਜਿਹੜਾ ਇੱਕ ਤਾਂ ਹੋ ਗਿਆ ਵੀ ਪੈਸਾ ਤਾਂ ਆ ਰਿਹਾ ਹੈਗਾ, ਲੇਕਿਨ ਇਹਨਾਂ ਦਾ ਜਿਹੜਾ ਮਟੀਰੀਅਲ ਦਾ ਮਿਆਰ ਆ, ਉਹ ਮਿਆਰ ਨੂੰ ਤੁਸੀਂ ਕਿੱਥੇ ਦੇਖਦੇ ਹੋ? ਮੈਂ ਸਿਰਜਣਾ ਦਾ ਮੁਕਾਬਲਾ ਨਹੀਂ ਕਰਦਾ, ਮੈਂ ਟੋਟੈਲਿਟੀ ਚ ਪੁੱਛ ਰਿਹਾ ਬਾਕੀ ਪਰਚਿਆਂ ਦਾ। ਤੇ ਬਾਕੀ ਇਹ ਪਰਚੇ ਬਹੁਤੇ ਬੰਦ ਵੀ ਹੋ ਜਾਂਦੇ ਨੇ ਬੜੀ ਛੇਤੀ, 3 ਸਾਲ ਬਾਅਦ। ਇਹਨਾਂ ਦਾ ਫਿਊਚਰ ਕਿਉਂ ਨਹੀਂ ਦਿਖਦਾ ਹੈਗਾ ਫਿਰ ਸਾਨੂੰ? ਜਿਹੜੇ ਤੁਸੀਂ ਵੱਡੇ ਪਰਚਿਆਂ ਦੀ ਗੱਲ ਕੀਤੀ ਹੈ, ਕੁਝ ਸਾਲਾਂ ਤੋਂ ਰੁਝਾਨ ਚੱਲਿਆ, ਖਾਸ ਤੌਰ ਤੇ 2 ਪਰਚੇ ਜਿਹੜੇ ਆ ਹੁਣ ਤੇ ਰਾਗ ਨਿਕਲੇ ਆ। ਮੈਂ ਸਮਝਦਾ ਵੀ ਇਹ ਪੰਜਾਬੀ ਸਾਹਿਤ ਲਈ ਚੰਗਾ ਸ਼ੁਭ ਸ਼ਗਨ ਸੀ ਕਿ ਇਹ ਪਰਚੇ ਨਿਕਲੇ ਆ ਵੱਡੇ ਆਕਾਰ ਦੇ। ਇਹਨਾਂ ਦੇ ਪਿੱਛੇ ਆਰਥਿਕ ਮਦਦ ਵੀ ਹੁੰਦੀ ਰਹੀ ਹੈ, ਤੇ ਚੰਗੀ ਗੱਲ ਹੈ। ਮੈਂ ਸਮਝਦਾ ਵੀ ਉਹਨਾਂ ਨੇ ਵੰਨਗੀ ਵੀ ਆਪਣੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜੀ ਗੱਲ ਹੈ ਵੀ ਇੰਨਾ ਵੱਡਾ ਆਕਾਰ ਛਾਪਣਾ, ਇੰਨੀ ਵੱਡੀ ਵੰਨਗੀ ਲਿਖਾਉਣੀ, ਜਿਵੇਂ ਮੈਂ ਕਿਹਾ ਵੀ ਮੇਰੇ ਲਈ ਤਾਂ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿ ਤੁਸੀਂ ਲਿਖਤਾਂ ਇਸ ਤਰ੍ਹਾਂ ਵੱਖ-ਵੱਖ ਵੰਨਗੀ ਦੀਆਂ ਤੁਸੀਂ ਇੱਕ ਖਾਸ ਪੱਧਰ ਦੀਆਂ ਛਾਪ ਸਕੋ, ਤੇ ਉਹਨਾਂ ਦਾ ਆਕਾਰ ਇੰਨਾ ਵੱਡਾ ਪਰਚਿਆਂ ਦਾ ਕਿ ਉਹਨਾਂ ਨੂੰ ਉਸ ਮੁਤਾਬਕ ਉਨੀ ਉਸ ਪੱਧਰ ਦੀ ਲਿਖਤ ਨਹੀਂ ਮਿਲਦੀ। ਮੈਂ ਸਮਝਦਾ ਵੀ ਇਹ ਉਤਸ਼ਾਹ ਦੇਣ ਲਈ ਬੜੀ ਅੱਛੀ ਗੱਲ ਹੈ, ਪਰ ਆਪਾਂ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਸ ਕੋਸ਼ਿਸ਼ ਦਾ ਤਾਂ ਸਵਾਗਤ ਹੀ ਕਰਾਂਗੇ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੀਆਂ ਲਿਖਤਾਂ ਉਹਨਾਂ ਨੂੰ ਆਪਣੇ ਆਕਾਰ ਦੇ ਕਰਕੇ ਹੀ ਇਸ ਤਰ੍ਹਾਂ ਦੀਆਂ ਛਾਪਣੀਆਂ ਪੈਂਦੀਆਂ ਨੇ ਜਿਹੜੀਆਂ ਉਸ ਪੱਧਰ ਦੀਆਂ ਨਹੀਂ। ਤੇ ਜਿਹੜੇ ਦੂਸਰੇ ਪਰਚੇ ਨੇ ਨਿਕਲਦੇ, ਮੈਂ ਸਮਝਦਾ ਆਪਣੀ ਥਾਂ ਤੇ ਸਾਰੇ ਚੰਗਾ ਕੰਮ ਕਰ ਰਹੇ। ਮੈਨੂੰ ਇਸ ਦੇ ਉਹਨਾਂ ਦੇ ਮੁਲਾਂਕਣ ਕਰਨ ਜਾ ਸਕਦਾ। ਚਲੋ ਠੀਕ ਹੈ, ਲੇਕਿਨ ਮੇਰਾ ਇੱਕ ਸਵਾਲ ਫਿਰ ਇਹਦੇ ਨਾਲ ਮਿਲਦਾ ਜੁਲਦਾ ਹੈ ਕਿ ਅੱਜ ਇੱਕ ਤਾਂ ਤੁਸੀਂ ਪਰਚਾ ਕੱਢਿਆ, ਤੁਸੀਂ ਇੱਕ ਐਡੀਟਰ ਸੀ, ਜਿਹਨੂੰ ਕਹਿੰਦੇ ਕਿ ਸੰਪਾਦਕ ਤੋਂ ਲੈ ਕੇ ਇਹਨੂੰ ਵੰਡਣ ਵਾਲੇ ਤੱਕ, ਇਹਨੂੰ ਪੋਸਟ ਕਰਨ ਤੱਕ, ਜਿਹਨੂੰ ਆਪਾਂ ਦੇਸੀ ਬੋਲੀ ਚ ਕਹਿੰਦੇ ਕਿ ਸੰਪਾਦਕ ਤੋਂ ਲੈ ਕੇ ਚਪੜਾਸੀ ਤੱਕ ਦੀ ਭੂਮਿਕਾ ਇੱਕ ਐਡੀਟਰ ਨਿਭਾਉਂਦਾ ਸੀਗਾ। ਅੱਜ ਜਿਹੜੇ ਸੰਪਾਦਕ ਨੇ ਉਹ ਇੱਕ ਮੈਨੇਜਰ ਬਣ ਚੁੱਕੇ ਨੇ, ਮਤਲਬ ਸੰਪਾਦਕ ਘੱਟ ਨੇ, ਮੈਨੇਜਰ ਨੇ। ਉਹਨਾਂ ਨੇ ਮੈਨੇਜ ਕਰਨਾ, ਚੰਗਾ ਵੀ 2-3 ਬੰਦੇ ਰੱਖ ਲੈ, ਤੂੰ ਯਾਰ ਮੈਨੂੰ ਆਹ ਲਿਖਤਾਂ ਲਿਆ ਕੇ ਦੇ ਦੀ ਮੈਨੂੰ। ਤੇ ਹੁਣ ਜਿਹੜਾ ਸੰਪਾਦਕ ਤੋਂ ਮੈਨੇਜਰ ਬਣਨ ਤੱਕ ਦਾ ਸਫ਼ਰ ਹੈ, ਉਹ ਇੱਕ ਸਾਹਿਤਕ ਪਰਚੀਆਂ ਦੇ ਉੱਤੇ ਜਾਂ ਸਾਹਿਤਕ ਪੱਤਰਕਾਰੀ ਤੇ ਕਿਸ ਤਰ੍ਹਾਂ ਦਾ ਅਸਰ ਪਾਉਂਦਾ ਦਿਖਾਈ ਦੇ ਰਿਹਾ? ਇਹ ਸਾਹਿਤਕ ਪਰਚੇ ਦਾ ਜਿਹੜਾ ਸੰਪਾਦਕ ਹੈ, ਤੇ ਉਹਦੇ ਚ ਸੰਪਾਦਕੀ ਯੋਗਤਾ ਨਹੀਂ ਹੈ, ਤਾਂ ਇਹ ਤਾਂ ਗੱਲ ਮਾੜੀ ਹੈ ਵੀ ਉਹ ਸਿਰਫ ਮੈਨੇਜਰ ਹੀ ਹੋਵੇ। ਮੈਂ ਪਰ ਇਹ ਨਹੀਂ ਕਹੂੰਗਾ ਕਿ ਜਿਹੜੇ ਸਾਡੇ ਪਰਚੇ ਨਿਕਲ ਰਹੇ ਆ ਉਹਨਾਂ ਦੇ ਸਾਰੇ ਸੰਪਾਦਕ ਇਸ ਕਿਸਮ ਦੇ ਨੇ, ਮੇਰੀ ਇਹ ਧਾਰਨਾ ਤਾਂ ਬਿਲਕੁਲ ਨਹੀਂ। ਪਰ ਇਹ ਗੱਲ ਠੀਕ ਹੈ ਵੀ ਹਰ ਇੱਕ ਦਾ ਪੱਧਰ ਹੁੰਦਾ,
ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ ਸੰਪਾਦਕ ਦੇ। ਉਹਨੇ ਪਰਚੇ ਦੀ ਲਿਖਤ ਦੀ ਚੋਣ ਤੋਂ ਲੈ ਕੇ ਉਹਦੀ ਸਾਰੀ ਲੇਆਊਟ, ਪ੍ਰੋਡਕਸ਼ਨ ਤੱਕ ਸਭ ਕੁਝ ਹੀ ਦੇਖਣਾ ਹੁੰਦਾ। ਤੇ ਜੇ ਪਰਚੇ ਦੀ ਦਾ ਧਿਆਨ ਸਿਰਫ ਇਸ ਗੱਲ ਤੇ ਹੋਵੇ ਕਿ ਇਹਨੂੰ ਸਰਕੂਲੇਟ ਕਿਵੇਂ ਕਰਨਾ, ਇਹਨੂੰ ਵੱਧ ਲੋਕਾਂ ਤੱਕ ਕਿਵੇਂ ਪਹੁੰਚਾਉਣਾ, ਤਾਂ ਉਹ ਗੱਲ ਜਿਹੜੀ ਆ ਸਰਕੂਲੇਸ਼ਨ ਵਾਲੀ, ਉਹ ਸੰਪਾਦਕ ਕਰੇ ਮਜਬੂਰੀ 'ਚ। ਤਾਂ ਜਿਹੜਾ ਮੈਂ ਵੀ ਕਰਦਾ ਰਿਹਾ, ਮੈਨੂੰ ਸਾਰੇ ਕੰਮ ਹੀ ਕਰਨੇ ਪਏ ਆ, ਪਰ ਮੈਂ ਆਪਣੇ ਆਪ ਨੂੰ ਜਿਹੜੀ ਆਪਣੀ ਮੁੱਖ ਜ਼ਿੰਮੇਵਾਰੀ ਹੈ ਸੰਪਾਦਕ, ਉਸ ਤੋਂ ਕਦੇ ਪਾਸੇ ਨਹੀਂ ਲੈ ਕੇ ਗਿਆ। ਮੈਂ ਸਮਝਦਾ ਬਈ ਆਪੋ ਆਪਣੀ ਸਮਰੱਥਾ ਦੀ ਗੱਲ ਵੀ ਹੈ। ਮੇਰੀ ਨਜ਼ਰ 'ਚ ਸੰਪਾਦਕ ਉਹੀ ਵਧੀਆ ਹੋ ਸਕਦਾ ਜਿਹਨੂੰ ਸਾਡੀ ਸਮੁੱਚੀ ਸਾਹਿਤਕ ਗਤੀਵਿਧੀਆਂ ਦੀ, ਜੋ ਸਾਡੇ ਸਾਹਿਤ ਜਗ ਵਿੱਚ ਹੋ ਰਿਹਾ, ਉਹਦੀ ਪਛਾਣ ਹੋਵੇ, ਉਹਦੇ ਕੋਲੇ ਇੱਕ ਖਾਸ ਵਿਚਾਰਧਾਰਕ ਚੌਕਟਾ ਹੋਵੇ, ਉਸ ਨੂੰ ਸਾਡੇ ਨਾ ਸਿਰਫ ਇਕੱਲੇ ਸਾਹਿਤ ਦੀ ਬਲਕਿ ਸਮੁੱਚੇ ਸਮਾਜ ਦੀ ਉਹਦੀ ਵੀ ਸਮਝ ਹੋਵੇ। ਇੱਕ ਕੱਲਾ ਤੁਸੀਂ ਨਿਰੋਲ ਸਾਹਿਤ ਦੇ ਖੇਤਰ ਵਿੱਚ ਵਿਚਰ ਕੇ ਕਹੋ ਵੀ ਮੈਂ ਗੱਲ ਕਰਨੀ ਆ ਸਾਹਿਤ ਦੀ, ਉਹੀ ਗੱਲ ਕਰਨੀ, ਹੋਰ ਨਹੀਂ ਗੱਲ, ਐਸੀ ਗੱਲ ਨਹੀਂ ਹੈ। ਉਹਦੀ ਸਮਝ ਹੋਣੀ ਚਾਹੀਦੀ ਵੀ ਸੰਸਾਰ 'ਚ ਕੀ ਵਾਪਰ ਰਿਹਾ, ਸਾਡੇ ਦੇਸ਼ 'ਚ ਕੀ ਵਾਪਰ ਰਿਹਾ, ਆਲੇ ਦੁਆਲੇ ਸਾਡੇ ਲੋਕਾਂ ਦੀ ਜ਼ਿੰਦਗੀ ਕੀ ਹੈ, ਸਾਡਾ ਇਤਿਹਾਸ ਕੀ ਹੈ, ਸਾਡੀਆਂ ਸਮੱਸਿਆਵਾਂ ਕੀ ਨੇ, ਆਰਥਿਕ, ਸੱਭਿਆਚਾਰਕ, ਉਹ ਸਾਰਾ ਗੱਲਾਂ ਦਾ ਧਿਆਨ ਰੱਖਣਾ ਬਣਦਾ ਸੰਪਾਦਕ ਦਾ। ਤੇ ਇੰਨੀ ਸਮਝ ਮੈਂ ਸਮਝਦਾ ਵੀ ਜੇ ਜਿਹਦੇ ਕੋਲ ਹੋਏਗੀ ਉਹ ਚੰਗਾ ਸੰਪਾਦਕ ਸਾਬਤ ਹੋ ਸਕਦਾ। ਤੇ ਪਰ ਜਿਹੜੀ ਜੇ ਧਿਆਨ ਸਿਰਫ ਹੋਰਨਾਂ ਗੱਲਾਂ ਵੱਲ ਹੀ ਹੋਵੇਗਾ ਕਿ ਪਰਚੇ ਨੂੰ ਦਾ ਕਿਵੇਂ ਜ਼ਿਕਰ ਜ਼ਕਾਰ ਹੋਵੇ, ਤਾਂ ਫਿਰ ਸ਼ਾਇਦ ਉਹ ਆਪਣੇ ਸੰਪਾਦਕੀ ਫਰਜ਼ ਤੋਂ ਨੂੰ ਉਨੇ ਚੰਗੀ ਤਰ੍ਹਾਂ ਨਹੀਂ ਨਿਭਾ। ਮੈਂ ਡਾਕਟਰ ਸਾਹਿਬ ਇੱਕ ਸ਼ਿਕਾਇਤ ਵੀ ਕਿ ਲਹਿੰਦੇ ਪੰਜਾਬ ਤੋਂ ਕੋਈ ਸਾਹਿਤਕਾਰ ਨਹੀਂ ਛਾਪਿਆ, ਹਾਲਾਂਕਿ ਤੌਕੀਰ ਚੁਗਤੇ ਦੀਆਂ ਕਹਾਣੀਆਂ ਛਪਦੀਆਂ ਰਹੀਆਂ, ਹੋਰ ਸਾਹਿਤਕਾਰਾਂ ਦੀਆਂ ਛਪਦੀਆਂ ਰਹੀਆਂ। ਐਤਕੀ 200 ਅੰਕ ਸੀਗਾ, ਆਪਾਂ ਜਸ਼ਨ ਮਨਾ ਰਹੇ ਸੀ ਵੱਡਾ, ਉਹ ਲਹਿੰਦੇ ਕੰਨਿਓ ਆਇਆ ਨਹੀਂ ਕੋਈ ਮਿੱਤਰ। 200ਵੇਂ ਅੰਕ ਤੇ ਤਾਂ ਫਿਰ ਇਹ ਵਿਸ਼ੇਸ਼ ਅੰਕ ਸੀ, ਜ਼ਿਆਦਾ ਮਿਹਨਤ ਕਰਨ ਦੀ ਲੋੜ ਸੀ, ਇਸ ਕਰਕੇ ਉਚੇਚ ਨਾਲ ਸਾਡੀਆਂ ਲਿਖਤਾਂ ਮੰਗਵਾਈਆਂ ਗਈਆਂ ਨੇ। ਇਸ ਕਰਕੇ ਉਹਨਾਂ ਦੇ ਪੱਧਰ ਬਾਰੇ ਮੈਨੂੰ ਕਾਫੀ ਤਸੱਲੀ ਹੈ। ਤੇ ਪਰ ਮੈਂ ਇਹ ਨਹੀਂ ਸਮਝਦਾ ਕਿ ਪਹਿਲਾਂ ਸਾਰਾ ਉਹਨਾਂ ਮਾੜਾ ਸ਼ਬਦ ਆ ਰਿਹਾ, ਐਸੀ ਗੱਲ ਕੋਈ ਨਹੀਂ। ਮੈਂ ਸਮਝਦਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਖਾਸ ਪੱਧਰ ਬਣਿਆ ਰਹੇ। ਜੇ ਲਹਿੰਦੇ ਪੰਜਾਬ ਤੋਂ ਆ ਜਾਂਦਾ ਤਾਂ ਚੰਗਾ ਹੋ ਜਾਂਦਾ, ਮੈਨੂੰ ਲੱਗਦਾ ਪਾਕਿਸਤਾਨੀ ਪੰਜਾਬ ਤੋਂ। ਹਾਂਜੀ, ਜੇ ਲਹਿੰਦੇ ਪੰਜਾਬ ਤੋਂ ਕੋਈ ਸਾਹਿਤਕਾਰ ਐਤਕੀ ਛਪ ਜਾਂਦਾ ਤਾਂ ਹਾਂ, ਇਹ ਗੱਲ ਮੈਨੂੰ ਇਸ ਗੱਲ ਦਾ ਬਹੁਤ ਝੋਰਾ ਹੈ, ਸੱਚੀ ਗੱਲ ਅਫਸੋਸ ਹੈ ਕਿ ਲਹਿੰਦੇ ਪੰਜਾਬ ਤੋਂ ਐਤਕੀ ਦੇ ਇਸ ਅੰਕ ਵਿੱਚ ਕੋਈ ਚੀਜ਼ ਨਹੀਂ ਛਪ ਸਕੀ। ਇੱਕ ਤਾਂ ਜਿਹੜੀ ਕਰੋਨਾ ਨੇ ਹਾਲਾਤ ਪੈਦਾ ਕੀਤੇ ਆ, ਕਮਿਊਨੀਕੇਸ਼ਨ, ਭਾਰਤ ਤੇ ਪਾਕਿਸਤਾਨ ਵਿੱਚ ਕਮਿਊਨੀਕੇਸ਼ਨ ਦੀ ਪ੍ਰੋਬਲਮ ਵੀ ਹੈ, ਉਹ ਸਾਰੀਆਂ ਗੱਲਾਂ ਵੈਸੇ ਮੇਰੀ ਇੱਛਾ ਜ਼ਰੂਰ ਸੀ, ਇਹ ਮੈਨੂੰ ਸਗੋਂ ਸਾਡਾ ਮਿੱਤਰ ਪਾਕਿਸਤਾਨੀ ਲਹਿੰਦੇ ਪੰਜਾਬ ਦਾ ਚੰਗਾ ਤੌਕੀਰ ਚੁਗਤਾਈ, ਉਹਨੇ ਗਿਲੇ ਦੇ ਭਾਵ ਨਾਲ ਇਹ ਗੱਲ ਕੀਤੀ ਹੈ। ਤੇ ਮੈਨੂੰ ਇਹਦਾ ਅਫਸੋਸ ਹੈ ਵੀ ਇੰਨਾ ਜਦੋਂ ਅਸੀਂ ਪਰਚਾ ਕੱਢ ਰਹੇ ਸੀ ਤੇ ਸਾਨੂੰ ਕੋਸ਼ਿਸ਼ ਜ਼ਿਆਦਾ ਕਰਨੀ ਚਾਹੀਦੀ ਸੀ। ਪਰ ਮੇਰਾ ਉਂਝ ਲਹਿੰਦੇ ਪੰਜਾਬ ਦੇ ਲੇਖਕਾਂ ਨਾਲ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਲਿਖਤ ਛਪੇ, ਪਰ ਉੱਥੇ ਦੀ ਜਿਹੜੀ ਸਾਹਿਤਕ ਐਕਟੀਵਿਟੀ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਉੱਥੇ ਬਹੁਤ ਜ਼ਿਆਦਾ ਹੋਵੇ, ਪਰ ਉਸ ਪੱਧਰ ਦੀ ਨਹੀਂ ਹੈ ਜਿਹੜੀ ਜਿੰਨੀ ਸਾਡੇ ਇੱਧਰ ਹੈ। ਬਹੁਤ ਗਿਣਤੀ ਦੇ ਪੱਖ ਤੋਂ ਵੀ, ਆਕਾਰ ਪੱਖ ਤੋਂ ਵੀ, ਤੇ ਪੱਧਰ ਦੇ ਪੱਖ ਤੋਂ ਵੀ ਉਹ ਸਾਡੇ ਨਾਲ ਮੇਲ ਨਹੀਂ ਖਾਂਦੇ। ਅਸੀਂ ਚਾਹੁੰਦੇ ਵੀ ਸਾਡੇ ਚੜ੍ਹਦੇ ਪੰਜਾਬ ਦੇ ਬਰਾਬਰ ਹੋਣ, ਪਰ ਉਹ ਗੱਲ ਨਹੀਂ ਹੈ। ਪਰ ਕੁਛ ਵੀ ਹੋਵੇ, ਮੈਨੂੰ ਇਸ ਗੱਲ ਦਾ ਅਫਸੋਸ ਹੈ ਤੇ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਇਸ ਗੱਲ ਦੀ ਤਲਾਫੀ ਹੈ ਉਹ ਉਹਨਾਂ ਦੀਆਂ ਲਿਖਤਾਂ ਵੱਲ ਹੁਣ ਜ਼ਿਆਦਾ ਧਿਆਨ ਦੇ ਕੇ ਕਰੀਏ। ਡਾਕਟਰ ਸਾਹਿਬ, ਇਸ ਤਰ੍ਹਾਂ ਦੇ ਜਿਹੜੇ ਸਾਹਿਤਕ ਪਰਚੇ ਆ ਉਹ ਜੇ ਬਚੇ ਰਹਿਣ, ਇਹਦਾ ਇੱਕ ਮਾਡਲ ਕੀ ਚੰਦਾ ਹੀ ਆ ਜਾਂ ਕੋਈ ਹੋਰ ਵੀ ਮਾਡਲ ਹੋ ਸਕਦਾ? ਸੱਚੀ ਗੱਲ ਤਾਂ ਇਹ ਹੈ, ਮਾਡਲ ਤਾਂ ਹਾਲੇ ਤੱਕ ਕੋਈ ਹੋ ਨਹੀਂ ਸਕਦਾ, ਕਿਉਂਕਿ ਹੁਣ ਤੱਕ ਵੀ ਸਿਰਜਣਾ ਆਪਣੀ ਇੰਨੀ ਚੜ੍ਹਤ ਦੇ ਬਾਵਜੂਦ ਪੱਲਿਓਂ ਪੈਸੇ ਪਾਉਣੇ ਪੈਂਦੇ ਆ ਬਹੁਤ ਹਾਲਤਾਂ 'ਚ, ਤੇ ਇਸ ਕਰਕੇ ਮਾਡਲ ਤਾਂ ਹਜੇ ਕੋਈ ਨਹੀਂ ਹੈ। ਸਾਰੀਆਂ ਇੰਡੀਵਿਜੂਅਲ ਕੋਸ਼ਿਸ਼ਾਂ ਨਾਲ ਹੀ ਪਰਚੇ ਚੰਗੇ ਨਿਕਲਦੇ ਰਹੇ ਆ। ਜੇ ਆਰਸੀ ਵੀ ਨਿਕਲਿਆ ਤਾਂ ਪਾਪਾ ਪ੍ਰੀਤਮ ਸਿੰਘ ਦੇ ਯਤਨਾਂ ਨਾਲ,
ਜੇ ਨਾਗਮਣੀ ਨਿਕਲਦਾ ਰਿਹਾ ਤੇ ਅਮਰਤਾ ਪ੍ਰੀਤਮ ਦਾ ਜ਼ੋਰ ਸਾਰਾ ਲੱਗਦਾ ਸੀ, ਤੇ ਉਹਨਾਂ ਨਾਲ ਬਹੁਤ ਹਾਲਤਾਂ 'ਚ ਪਰਚੇ ਜਿਹੜੇ ਆ ਚੰਗੇ ਨਿਕਲਦੇ ਰਹੇ ਨੇ। ਕੋਈ ਸੰਸਥਾ ਵਜੋਂ ਸਥਾਪਿਤ ਨਹੀਂ ਹੋਏ। ਜਿਹੜੇ ਸੰਸਥਾ ਵਾਲੇ ਪਰਚੇ ਹੈ ਹੀ, ਪ੍ਰੀਤਲੜੀ ਦਾ ਐਡਾ ਵੱਡਾ ਨਾਂ, ਉਹ ਇੱਕ ਸੰਸਥਾਗਤ ਪਰਚਾ ਹੈ ਤਾਂ ਸਹੀ, ਪਰ ਉਹ ਉਸ ਕਿਸਮ ਦੀ ਸਾਹਿਤਕ ਗੱਲ ਨਹੀਂ ਉਹਦੇ 'ਚ ਬਣਦੀ ਹੈ ਜਿੰਨਾ ਕਰੋਕ ਸਿੰਘ ਜਾਂ ਨਵਤੇਜ ਸਿੰਘ ਵੇਲੇ ਸੀ। ਇਸ ਤਰ੍ਹਾਂ ਕੋਈ ਸੰਸਥਾਗਤ ਪ੍ਰਬੰਧ ਹੋਵੇ ਤਾਂ ਜਿਹੜਾ ਉਸ ਪਰਚੇ ਦਾ ਇਮੇਜ ਬਣਿਆ ਹੋਇਆ ਉਹਨੂੰ ਕਾਇਮ ਰੱਖ ਸਕੇ, ਫਿਰ ਤਾਂ ਇਹ ਗੱਲ ਬੜੀ ਵਧੀਆ। ਪਰ ਇਹ ਆਪਾਂ ਜਿਵੇਂ ਵੇਖ ਰਹੇ ਹਾਂ ਵੀ ਉਹ ਪਰਚੇ ਬਹੁਤ ਹਾਲਤਾਂ 'ਚ ਉਹਨਾਂ ਇੰਡੀਵਿਜੂਅਲਸ ਦੇ, ਉਹਨਾਂ ਵਿਅਕਤੀਆਂ ਦੇ ਨਾਲ ਹੀ ਖਤਮ ਹੋ ਜਾਂਦੇ ਨੇ। ਹਾਲੇ ਤਾਂ ਮੈਨੂੰ ਸਿਰਜਣਾ ਚਾਹੀਦਾ ਵੀ ਕੋਈ ਇਹੋ ਜਿਹੀ ਸੰਭਾਵਨਾ ਨਜ਼ਰ ਨਹੀਂ ਆਉਂਦੀ, ਪਰ ਜਿੱਥੋਂ ਤੱਕ ਕੋਸ਼ਿਸ਼ ਦਾ ਤਾਲੁਕ ਹੈ ਵੀ ਦੇਖ ਰਹੇ, ਕੋਸ਼ਿਸ਼ ਕਰ ਰਹੇ ਹਾਂ ਵੀ ਕੋਈ ਇਹੋ ਜਿਹਾ ਸੰਸਥਾਗਤ ਪ੍ਰਬੰਧ ਹੋਵੇ ਜਿਹਦੇ ਨਾਲ ਹੁਣ ਪੈਸੇ ਦੀ ਉਨੀ ਪ੍ਰੋਬਲਮ ਨਹੀਂ ਹੈ ਜਿੰਨੇ ਚੋਂ ਸਿਰਜਣਾ ਸੰਕਟ ਚੋਂ ਲੰਘਦਾ ਰਿਹਾ। ਹੁਣ ਤਾਂ ਉਸ ਕਿਸਮ ਦੀ ਲਗਨ ਚਾਹੀਦੀ ਹੈ, ਉਸ ਕਿਸਮ ਦਾ ਉਤਸ਼ਾਹ ਚਾਹੀਦਾ, ਉਸ ਕਿਸਮ ਦਾ ਉਦੇਸ਼ ਸਾਹਮਣੇ ਹੋਣਾ ਚਾਹੀਦਾ ਸਾਹਿਤ ਦਾ ਕਿ ਚੰਗਾ ਪਰਚਾ ਕੱਢਿਆ ਜਾ ਸਕੇ। ਉਂਝ ਆ ਵੀ ਹਾਲੇ ਇਹ ਇੰਡੀਵਿਜੂਅਲ ਨਿੱਜੀ ਯਤਨਾਂ ਤੋਂ ਬਿਨਾਂ ਅਜੇ ਕੋਈ ਸੰਸਥਾਗਤ ਰੂਪ ਲੈਂਦਾ ਨਹੀਂ ਜਾਂਦਾ। ਆਖਰ ਦੇ ਵਿੱਚ ਤੁਸੀਂ ਆਪਣੇ ਪਾਠਕਾਂ ਨੂੰ ਕੁਝ ਕਹਿਣਾ ਚਾਹੋਗੇ? ਮੈਂ ਤਾਂ ਬਸ ਇਹੀ ਚਾਹਾਂਗਾ ਜੀ ਕਿ ਪੰਜਾਬੀ ਦੇ ਪਾਠਕ ਤੱਕ ਚੰਗੀ ਲਿਖਤ ਪਹੁੰਚੇ। ਹਾਲੇ ਤਾਂ ਹਾਲ ਇਹ ਹੈ ਵੀ ਅਜੇ ਬਹੁਤ ਸਾਰੇ ਕਸਬਿਆਂ ਵਿੱਚ ਸਾਡੀਆਂ ਸਾਹਿਤ ਦੀਆਂ ਸਾਹਿਤਕ ਪੁਸਤਕਾਂ ਨਹੀਂ ਮਿਲਦੀਆਂ, ਤੋਂ ਅਜੇ ਇਹਨਾਂ ਪਰਚਿਆਂ ਦੀ ਤਾਂ ਗੱਲ ਬਹੁਤ ਦੂਰ ਦੀ ਹੈ। ਤੇ ਮੈਂ ਸਮਝਦਾ ਵੀ ਪੰਜਾਬ ਵਿੱਚ ਇੱਕ ਸਾਹਿਤਕ ਚੇਤਨਾ ਉੱਭਰਨੀ ਚਾਹੀਦੀ ਹੈ, ਜਿਹੜਾ ਕੰਮ ਸਹਿਜ ਸਭਾਵਾਂ ਕਰ ਸਕਦੀਆਂ ਪਰ ਬਦਕਿਸਮਤੀ ਨਾਲ ਹੋ ਨਹੀਂ ਰਿਹਾ। ਤੋ ਪਰ ਪੰਜਾਬੀ ਦੇ ਪਾਠਕਾਂ ਨੂੰ ਮੈਂ ਤਾਂ ਇਹੀ ਉਮੀਦ ਉਹਨਾਂ ਤੋਂ ਕਰਦਾ ਕਿ ਉਹ ਚੰਗੇ ਸਾਹਿਤ ਨੂੰ ਉਤਸ਼ਾਹਿਤ ਕਰਨ, ਚੰਗਾ ਸਾਹਿਤ ਪੜ੍ਹਨ, ਤੇ ਚੰਗਾ ਸਾਹਿਤ ਪੜ੍ਹਨਗੇ ਤੇ ਉਹ ਚੰਗੀਆਂ ਕਦਰਾਂ ਕੀਮਤਾਂ ਫੈਲਣਗੀਆਂ। ਇਹੀ ਤੇ ਡਾਕਟਰ ਸਾਹਿਬ, ਮੈਂ ਤੁਹਾਡੇ ਵਾਸਤੇ ਕਾਮਨਾ ਕਰਦਾ ਕਿ ਤੁਸੀਂ 200 ਅੰਕ ਕੱਢਿਆ, 200ਵਾਂ ਅੰਕ ਦਾ ਵਰੇ ਨੂੰ ਖੂਬਸੂਰਤੀ ਢੰਗ ਨਾਲ ਮਨਾ ਰਹੇ ਹੋ, ਪਰ ਹੁਣ ਤੁਸੀਂ ਇਹਦੀ 200ਵੀਂ ਵਰ੍ਹੇਗੰਢ ਵੀ ਮਨਾਓ ਆਪਣੇ ਪਰਚੇ ਦੀ। ਤੁਹਾਡੇ ਪਰਚੇ ਦੀ 200ਵੀਂ ਵਰ੍ਹੇਗੰਢ ਤੋਂ ਸ਼ੁਭ ਸ਼ਾਮਾਂ ਵੀ ਚਾਹੀਦੀਆਂ, ਬਸ ਸ਼ੁਭ ਸ਼ਾਮਾਂ ਨਾਲ ਹੀ ਸਾਰਾ ਕੁਝ ਹੁਣ ਤੱਕ ਚੱਲਦਾ ਰਿਹਾ, ਤੇ ਇਸ ਤਰ੍ਹਾਂ ਦੀਆਂ ਸ਼ੁਭ ਸ਼ਾਮਾਂ ਨਾਲ ਹੀ ਜਿੰਨਾ ਗਾਂ ਦਾ ਸਫਰ ਹੋ ਸਕਦਾ ਉਹ ਵੀ ਤੁਸੀਂ ਤੁਹਾਡੀ ਲੰਮੀ ਉਮਰ ਮਾਣੋ। ਤੁਹਾਡੀ ਬਹੁਤ ਲੋੜ ਹੈ ਸਾਡੇ ਜਿਹੜੇ ਪੰਜਾਬੀ ਸਾਹਿਤ ਨੂੰ, ਸਾਹਿਤਕ ਪੱਤਰਕਾਰੀ ਨੂੰ, ਤੇ ਸਿਰਜਣਾ ਲਗਾਤਾਰ ਇਸੇ ਤਰ੍ਹਾਂ ਵਧੀਆ ਖੂਬਸੂਰਤ ਜਿਹੜੀਆਂ ਰਚਨਾਵਾਂ ਵਾ ਉਹ ਪੰਜਾਬੀ ਸਾਹਿਤ ਦੀ ਝੋਲੀ ਦਿੰਦਾ ਰਹੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਤੁਹਾਡਾ ਵੀ ਜੀ, ਬਹੁਤ ਬਹੁਤ ਧੰਨਵਾਦ, ਮੌਕਾ ਦਿੱਤਾ, ਬਹੁਤ ਸ਼ੁਕਰੀਆ। ਦੋਸਤੋ, ਤੁਸੀਂ ਜਾਣਦੇ ਹੋ ਕਿ ਸੂਹੀ ਸਵੇਰ ਇੱਕ ਲੋਕ ਪੱਖੀ ਵਿਚਾਰਾਂ ਵਾਲਾ ਸਾਡਾ ਮੀਡੀਆ ਅਦਾਰਾ ਹੈ। ਲੋਕ ਪੱਖੀ ਵਿਚਾਰਾਂ ਵਾਲੇ ਮੀਡੀਆ ਅਦਾਰੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲਦੇ ਹੈਗੇ ਨੇ। ਅਸੀਂ ਮੰਨੀਏ ਕਿ ਜੇ ਕੋਈ ਜਿਹੜਾ ਹੈਗਾ ਕਾਰਪੋਰੇਟ ਕਿਸੇ ਸਹਾਇਤਾ ਨਾਲ, ਸਰਕਾਰੀ ਸਹਾਇਤਾ ਨਾਲ ਜਾਂ ਫਿਰ ਪ੍ਰਾਈਵੇਟ ਐਡ ਨਾਲ ਜੋ ਮੀਡੀਆ ਅਦਾਰੇ ਚੱਲਦੇ ਨੇ, ਉਹ ਖੁੱਲ੍ਹ ਕੇ ਲੋਕ ਪੱਖ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੂਹੀ ਸਵੇਰ ਨੂੰ ਤੁਹਾਡੀ ਮੋਰਲ ਵੀ ਤੇ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਡੀ YouTube ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ, ਤੇ ਆਰਥਿਕ ਤੌਰ ਤੇ ਥੱਲੇ ਦਿੱਤਾ ਹੋਇਆ ਜੋ ਐਡਰੈਸ ਹੈ, ਬੈਂਕ ਦਾ ਅਕਾਊਂਟ ਹੈ, ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਸਹਾਇਤਾ ਜਿਹੜੀ ਉਹਦੇ ਥਰੂ ਸਾਨੂੰ ਜਿਹੜਾ ਭੇਜ ਸਕਦੇ ਹੋ, ਤਾਂ ਜੋ ਕਿ ਅਦਾਰਾ ਲਗਾਤਾਰ ਤੁਹਾਡੇ ਮੁੱਦਿਆਂ ਨੂੰ ਉਠਾਉਂਦਾ ਰਹੇ ਤੇ ਇੱਕ ਅਸੀਂ ਪੰਜਾਬੀ ਵਿੱਚ ਲੋਕ ਪੱਖ ਦਾ ਵੱਡਾ ਮੀਡੀਆ ਖੜਾ ਕਰ ਸਕੀਏ।